ਦੇਸ਼ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਸਰਦਾਰ ਜਗਤਾਰ ਸਿੰਘ ਜੀ ਔਰ ਸਰਦਾਰ ਹਮੀਰ ਸਿੰਘ ਜੀ। ਮੈਂ ਜੀ ਆਇਆਂ ਆਖਦਾ ਜੀ। ਥੈਂਕ ਯੂ ਜੀ, ਸ਼ੁਕਰੀਆ ਜੀ। ਬੇਸ਼ੱਕ ਉੱਪਰਲੀ ਸਤ੍ਹਾ ਤੇ ਨਜ਼ਰ ਇੰਝ ਆਉਂਦਾ ਜਿਵੇਂ ਸਭ ਸ਼ਾਂਤੀ ਹੈ ਪੰਜਾਬ ਦੀ ਪੋਲਿਟਿਕਸ ਦੇ ਵਿੱਚ ਔਰ ਖਾਸ ਤੌਰ ਤੇ ਸਿੱਖ ਹਲਕਿਆਂ 'ਚ, ਲੇਕਿਨ ਅੰਦਰ ਖਾਤੇ ਇੱਕ ਘਮਸਾਨ ਵਰਗੀ ਸਥਿਤੀ ਹੈ। ਜ਼ਿਕਰ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਸ ਪੱਤਰ ਦਾ, ਜਿਹਦੇ ਵਿੱਚ ਉਹ ਸਪੀਕਰ ਤੋਂ ਮੰਗ ਕਰਦੇ ਨੇ ਕਿ ਜਿੰਨੇ ਵੀ ਸ਼ਬਦ ਸਿੱਖੀ ਨਾਲ ਸੰਬੰਧਿਤ ਗਲਤ ਵਰਤੇ ਗਏ ਨੇ ਉਹਨਾਂ ਸਾਰਿਆਂ ਨੂੰ ਰਿਕਾਰਡ ਦਾ ਹਿੱਸਾ ਨਾ ਬਣਾਇਆ ਜਾਵੇ। ਇੱਕ ਟੈਕਨੀਕੈਲਿਟੀਜ਼ ਹੋ ਸਕਦੀਆਂ, ਲੇਕਿਨ ਇਹਦੇ ਦੂਜੇ ਅਰਥ ਵੀ ਨੇ। ਸ਼੍ਰੋਮਣੀ ਕਮੇਟੀ ਸਿੱਖਾਂ ਦੀ ਰਿਪਰੈਜ਼ੈਂਟੇਟਿਵ ਹੈ, ਇਹ ਉਹ ਜਮਾਤ ਹੈ ਜਿਹੜੀ ਚੁਣ ਕੇ ਆਉਂਦੀ ਹੈ ਔਰ ਇਹ ਹਾਊਸ ਨੁਮਾਇੰਦਾ ਹਾਊਸ ਹੈ ਸਿੱਖਾਂ ਦਾ, ਇਹ ਮੰਨਿਆ ਜਾਂਦਾ ਹੈ। ਦੂਜੀ ਗੱਲ, ਇਹ ਇੱਕ ਦਿਨ ਬਾਅਦ ਜਦੋਂ ਹਾਊਸ ਬੈਠੇਗਾ ਇਹਦੇ 'ਚ ਡਿਬੇਟ ਦਾ ਵਿਸ਼ਾ ਕੀ ਰਹਿਣ ਵਾਲਾ ਹੈ ਔਰ ਇਹਦੇ 'ਚ ਅਗਰੈਸ਼ਨ ਕਿੰਨਾ ਕੁ ਹੈ, ਹਮਲਾਵਰਤਾ ਕਿੰਨੀ ਕੁ ਹੈ, ਇਹ ਬੜਾ ਨਹੀਂ ਚਲਾ ਕੇ ਤੱਕਿਆ ਜਾ ਰਿਹਾ। ਅਕਾਲੀ ਸਭਾ 'ਚੋਂ ਜਿਹੜੀ ਖਬਰ ਛਣ ਕੇ ਆ ਰਹੀ ਆ, ਥੋੜੀ ਦੇਰ ਪਹਿਲਾਂ ਇੱਕ ਉਹਨਾਂ ਦੇ ਯੂਥ ਆਗੂ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਸੀਗੇ ਔਰ ਉਹ ਕਹਿ ਰਹੇ ਸੀ ਵੀ ਕੋਈ ਵੱਡਾ ਪ੍ਰੋਗਰਾਮ ਦੇਗੀ ਸ਼੍ਰੋਮਣੀ ਕਮੇਟੀ ਤੇ ਅਸੀਂ ਲਹੂ ਤੱਕ ਦੇ ਦਿਆਂਗੇ। ਸੋ ਕਾਫੀ ਹਲਚਲ ਹੈ ਤੇ ਇਹਦੇ ਨਾਲ ਕੁਝ ਹੋਰ ਪਹਿਲੂ ਨੇ ਜਿਹੜੇ ਬਹੁਤ ਬਰੀਕੀ ਨਾਲ ਟੱਚ ਕਰਦੇ ਆ। ਦੂਜਾ ਮਾਮਲਾ ਪ੍ਰਤਾਪ ਸਿੰਘ ਬਾਜਵਾ ਦੇ ਉਸ ਸਟੇਟਮੈਂਟ ਦਾ ਹੈ ਜਿਹਦੇ ਵਿੱਚ ਭ੍ਰਿਸ਼ਟਾਚਾਰ ਖਿਲਾਫ ਗਵਰਨਮੈਂਟ ਦਾ ਐਟੀਟਿਊਡ, ਨਜ਼ਰੀਆ, ਉਹਦੇ ਉੱਤੇ ਤੰਜ ਕੱਸਿਆ ਗਿਆ, ਉਹਨੂੰ ਕਟਹਿਰੇ 'ਚ ਲਿਆਂਦਾ ਗਿਆ। ਆਖਰ ਜ਼ੀਰੋ ਟੋਲਰੈਂਸ ਹੈ ਕੀ ਆ ਜਦੋਂ ਤੁਸੀਂ ਕਲੀਨ ਚਿੱਟ ਦੇਣੀ ਹੈ। ਉਹ ਬ੍ਰਹਮ ਸ਼ੰਕਰ ਜਿੰਪਾ ਦਾ ਜ਼ਿਕਰ ਕਰ ਰਿਹਾ, ਜਿਹੜੇ ਤਹਿਸੀਲਦਾਰ ਜਿਨ੍ਹਾਂ ਦੇ ਬਾਰੇ ਵਿਜੀਲੈਂਸ ਦੀ ਇੱਕ ਰਿਪੋਰਟ ਛਾਇਆ ਹੋਈ, ਉਹ ਗੁਪਤ ਪੱਤਰ ਜਿਹੜਾ ਲੀਕ ਹੋ ਗਿਆ, ਉਹਦੇ ਆਧਾਰ ਤੇ ਉਹ ਕਹਿ ਰਿਹਾ ਕਿ ਜਿੰਪਾ ਕਲੀਨ ਚਿੱਟ ਦੇ ਰਹੇ ਨੇ। ਜਿੰਪਾ ਕਹਿ ਰਹੇ ਨੇ ਕਿ ਕੋਈ ਕਾਰਵਾਈ ਨਹੀਂ ਹੋਊਗੀ ਜਿਨ੍ਹਾਂ ਦੇ ਖਿਲਾਫ ਮੁੱਢਲੀ ਜਾਂਚ, ਸੋਰਸ ਰਿਪੋਰਟ ਵਿਜੀਲੈਂਸ ਨੇ ਪੇਸ਼ ਕੀਤੀ ਹੈ ਔਰ ਫਿਰ ਜ਼ੀਰੋ ਟੋਲਰੈਂਸ ਨੂੰ ਕਿਵੇਂ। ਅੱਜ ਦੋ ਖਬਰਾਂ ਹੋਰ ਸੀਗੀਆਂ। ਹਾਲਾਂਕਿ ਸਰਦਾਰ ਜਗਤਾਰ ਸਿੰਘ ਹੋਰਾਂ ਦਾ, ਸਰਦਾਰ ਹਮੀਰ ਸਿੰਘ ਜੀ ਦਾ ਇਹ ਤਰਕ ਸੀਗਾ ਕਿ ਸਾਨੂੰ ਇਸ ਪੱਧਰ ਦੀਆਂ ਖਬਰਾਂ ਨਹੀਂ ਲੈਣੀਆਂ ਚਾਹੀਦੀਆਂ। ਇੱਕ ਤਾਂ ਪ੍ਰੀਤਮ ਸਿੰਘ ਕੋਟ ਭਾਈ, ਜਿਨ੍ਹਾਂ ਦੇ ਉੱਤੇ ਇਹ ਦੋਸ਼ ਆਇਆ, ਜਿਨ੍ਹਾਂ ਦੇ ਖਿਲਾਫ ਇਹ FIR ਹੋਈ ਹੈ ਕਿ ਉਹਨਾਂ ਨੇ ਪੌਲ ਗਰੁੱਪ ਦੇ ਭੰਗੂ ਦੀ ਜ਼ਮਾਨਤ ਕਰਾਉਣ ਲਈ 3.5 ਕਰੋੜ ਰੁਪਇਆ ਲਿਆ। ਤੇ ਦੂਜਾ, ਇੱਕ ਹੈਲਥ ਡਿਪਾਰਟਮੈਂਟ ਦੇ ਮੁਲਾਜ਼ਮ ਵੱਲੋਂ ਮੋਗੇ ਦੀ MLA ਖਿਲਾਫ ਰਿਸ਼ਵਤ ਦੇ ਮਾਮਲੇ ਔਰ ਹੋਰ ਬੇਨਿਯਮੀਆਂ ਦੇ ਮਾਮਲੇ ਉਠਾਏ ਆ। ਔਰ ਇਹ ਦੋਵੇਂ ਸਵਾਲ ਇਵੇਂ ਹੈ ਕਿ ਭੰਗੂ ਦੀ ਜ਼ਮਾਨਤ ਕਰਾਉਣ ਵਾਲੇ ਕੋਟ ਭਾਈ ਕਿੰਨੇ ਕੁ ਸਮਰੱਥ ਸੀ ਤੇ ਭੰਗੂ ਕਿਵੇਂ ਯਕੀਨ ਕਰ ਗਏ ਜਿਹੜਾ ਹਜ਼ਾਰਾਂ ਕਰੋੜ ਤੱਕ ਫੈਲਿਆ ਹੋਇਆ ਇਹ ਜਾਲ ਸੀ, ਜਾਂ ਜਿਹਦੀ ਅਪਰੋਚ, ਜਿਹਦੀ ਪਹੁੰਚ ਦੂਰ ਤੱਕ ਸੀ, ਉਹਨਾਂ ਨੇ ਕੋਟ ਭਾਈ ਨੂੰ ਕਿਉਂ ਚੁਣਿਆ? ਇਹ ਸਵਾਲ ਕਾਫੀ ਦਿਲਚਸਪ ਹੈ, ਇਹ ਵੱਡੀ ਜਾਂਚ ਮੰਗਦਾ ਹੈ। ਤੇ ਦੂਜੇ ਬੰਨੇ ਉਹ EMPLOYE, ਜਿਸ EMPLOYE ਨੇ ਉੱਥੇ ਨੌਕਰੀ ਕੀਤੀ ਆ, ਜਦੋਂ ਉਹਦੀ ਬਦਲੀ ਹੋ ਜਾਂਦੀ ਆ ਉਦੋਂ ਹੀ ਉਹਨੂੰ ਬੇਨਿਯਮੀਆਂ ਕਿਉਂ ਦਿਸ ਰਹੀਆਂ ਨੇ? ਉਸ ਤੋਂ ਪਹਿਲਾਂ ਇਹ ਸਵਾਲ ਕਿਉਂ ਨਹੀਂ ਉਠਾਏ? ਇਹ ਮੋਟਾ ਜਿਹਾ ਤਰਕ ਸੀ ਕਿ ਅਸੀਂ ਇਹਨਾਂ ਗੱਲਾਂ 'ਚ ਨਾ ਜਾਈਏ, ਲੇਕਿਨ ਜਾਂਚ ਹੋਣੀ ਬਹੁਤ ਜ਼ਰੂਰੀ ਹੈ। ਸਰਦਾਰ ਜਗਤਾਰ ਸਿੰਘ ਜੀ, ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦਾ ਉਹ ਪੱਤਰ ਵੱਡੇ ਅਰਥ ਵੀ ਰੱਖਦਾ ਤੇ ਦੂਜੇ ਪਾਸੇ ਤੋਂ ਇਹਦੀਆਂ ਬਰੀਕੀਆਂ ਵੀ ਨੇ ਜੋ ਸਪੀਕਰ ਨੂੰ ਲਿਖਿਆ ਗਿਆ। ਔਰ ਇੱਕ ਮਾਮਲਾ ਗੁਰਬਾਣੀ ਪ੍ਰਸਾਰ ਨੂੰ ਲੈ ਕੇ ਜਿਹੜਾ ਵਿਸ਼ੇਸ਼ ਅਜਲਾਸ ਹੋਣ ਜਾ ਰਿਹਾ, ਇਹ ਵੀ ਇੱਕ ਤਰ੍ਹਾਂ ਨਾਲ ਮਿੰਨੀ ਪਾਰਲੀਮੈਂਟ ਹੈ, ਇਹਨੂੰ ਸੈਸ਼ਨ ਹੀ ਕਵਾਂਗੇ। ਇਹ ਹਾਊਸ ਹੈ ਉਹਨਾਂ ਸਾਰੇ ਚੁਣੇ ਹੋਏ ਮੈਂਬਰਾਂ ਦਾ, ਜਿਨ੍ਹਾਂ ਚੋਂ ਕਈ ਫੌਤ ਵੀ ਹੋ ਗਏ। ਸੋ ਮੈਨੂੰ ਇਸ ਗੱਲ ਨਾਲ ਕਾਫੀ ਕੰਸਰਨ ਹੈ, ਸਰੋਕਾਰ ਹੈ ਤੇ ਤੁਹਾਡੀ ਵਸੀਹ ਸਮਝ ਹੈ। ਇੱਕ ਵਾਰੀ ਗੱਲ ਤੋਰ ਦਿਓ, ਸਾਂਝ ਪਵਾ ਦਿਓ, ਦਰਅਸਲ ਇਹ ਦ੍ਰਿਸ਼ ਕੀ ਬਣ ਰਿਹਾ? ਮੈਂ ਸ਼ੁਰੂ ਕਰਦਾ ਕਿ ਪੰਜਾਬ ਸਰਕਾਰ ਨੇ ਜਾਂ ਭਗਵੰਤ ਮਾਨ ਸਰਕਾਰ ਨੇ ਜਿਹੜਾ ਦਖਲ ਦਿੱਤਾ ਹੈ, ਇਹਦੀ ਲੋੜ ਨਹੀਂ ਸੀਗੀ, ਨਾ ਹੀ ਇਹ ਦਖਲ ਦੇ ਸਕਦੇ ਹੈ। ਮੈਂ ਸਿਰਫ ਐਕਟ ਦੀ ਗੱਲ ਨਹੀਂ ਕਰੂੰਗਾ, ਗੱਲ ਸਪਿਰਿਟ ਦੀ ਹੈ ਉਸ ਐਕਟ ਦੀ। ਸ਼੍ਰੋਮਣੀ ਕਮੇਟੀ ਦਾ ਜਿਹੜਾ ਜਨਰਲ ਹਾਊਸ ਹੈ, ਇਹ ਇਲੈਕਟਡ ਬਾਡੀ ਹੈ 1925 ਦੇ ਐਕਟ ਦੇ ਅੰਡਰ। ਜਿਵੇਂ ਅਸੈਂਬਲੀ ਇਲੈਕਟਡ ਹੈ, ਉਹਦੇ ਵਿੱਚ ਕੋਈ ਹੋਰ ਫੰਕਸ਼ਨ, ਕੋਈ ਹੋਰ ਇੰਟਰਫੇਅਰ ਨਹੀਂ ਕਰ ਸਕਦਾ। SGPC ਦਾ ਜਨਰਲ ਹਾਊਸ ਵੀ ਸਾਵਰਨ ਹੈ ਆਪਣੇ ਖੇਤਰ ਦੇ ਵਿੱਚ, ਤੇ ਉਹਦੇ ਵਿੱਚ ਹੋਰ ਕੋਈ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਤੇ ਨਾ ਹੀ ਕਰਨੀ ਚਾਹੀਦੀ ਹੈ। ਮੈਂ ਟੈਕਨੀਕਲਿਟੀ ਦੇ ਵਿੱਚ ਨਹੀਂ ਪੈ ਰਿਹਾ, ਮੈਂ ਸਪਿਰਿਟ ਦੀ ਗੱਲ ਕਰ ਰਿਹਾ। ਸੋ ਮੈਂ ਉਸ ਐਂਗਲ ਤੋਂ ਗੱਲ ਕਰਦਾ। ਜਿਹੜਾ ਹਾਊਸ ਹੀ ਸੁਪਰੀਮ ਹੈ, ਹੁਣ ਜਿਵੇਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਕਹਿੰਦੀ ਵੀ ਸਾਡੇ ਜਿਹੜਾ ਕੇਂਦਰ ਨੇ ਆਰਡੀਨੈਂਸ ਇਸ਼ੂ ਕੀਤਾ ਹੈ ਉਹ ਸਾਡੇ ਫੰਕਸ਼ਨਿੰਗ ਦੇ ਵਿੱਚ ਇੰਟਰਫੀਅਰੈਂਸ ਹੈ, ਤੇ ਜੋ ਕੁਛ ਇਹਨਾਂ ਨੇ ਕੀਤਾ ਹੈ ਇਹ SGPC ਦੇ ਹਾਊਸ ਦੀ ਜਿਹੜੀ ਸੁਪਰੀਮੇਸੀ ਹੈ ਉਹਦੇ ਵਿੱਚ ਇੰਟਰਫੀਅਰੈਂਸ ਹੈ। ਸੋ ਮੇਰਾ ਤਰਕ ਬਿਲਕੁਲ ਡਿਫਰੈਂਟ ਹੈ।
ਸੋ ਉਹਦੇ ਵਿੱਚ ਇੰਟਰਫੀਅਰੈਂਸ ਨਹੀਂ ਕੀਤੀ ਜਾ ਸਕਦੀ। ਉਹਨਾਂ ਨੇ ਆਪਣਾ ਜਿਹੜਾ ਪ੍ਰਬੰਧ ਹੈ ਕਿਵੇਂ ਸੰਭਾਲਣਾ ਹੈ, ਇਹ ਉਹਨਾਂ ਦੀ ਹੈਡੇਕ ਹੈ, ਕਿਸੇ ਹੋਰ ਦੀ ਨਹੀਂ ਹੈ। ਦੂਜੀ ਗੱਲ ਜਿਹੜੀ ਉਹਨਾਂ ਨੇ ਚਿੱਠੀ ਲਿਖੀ ਹੈ ਉਹ ਹੈ ਕਿ SGPC ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਲਿਖੀ ਹੈ ਕਿ ਜਦੋਂ ਇਹ ਬਿੱਲ ਅਮੈਂਡਮੈਂਟ ਵਾਸਤੇ ਮੂਵ ਕੀਤਾ ਗਿਆ ਸੀ ਤੇ ਉਦੋਂ ਜਿਹੜੀ CM ਦੀ ਭਗਵੰਤ ਮਾਨ ਹੋਰਾਂ ਦੀ ਸਪੀਚ ਹੈ ਉਹਦੇ ਵਿੱਚ ਕੁਝ ਐਂਟੀ ਸਿੱਖ ਇਤਰਾਜ਼ਯੋਗ ਟਿੱਪਣੀਆਂ ਸੀ ਤੇ ਉਹਨਾਂ ਨੂੰ ਹਾਊਸ ਦੀ ਪ੍ਰੋਸੀਡਿੰਗ ਦਾ ਹਿੱਸਾ ਨਾ ਬਣਾਇਆ ਜਾਵੇ। ਇਹ ਸਾਰੀਆਂ ਪ੍ਰੋਸੀਡਿੰਗ ਰਿਕਾਰਡ ਹੁੰਦੀਆਂ, ਇਹ ਇਤਿਹਾਸ ਬਣਦਾ ਹੁੰਦਾ। ਸ਼ੁਰੂ ਤੋਂ ਜਿੰਨੀਆਂ ਇਹਦੀਆਂ ਪ੍ਰੋਸੀਡਿੰਗ ਹੋਈਆਂ ਅਸੈਂਬਲੀ ਦੀਆਂ, ਪਾਰਲੀਮੈਂਟ ਦੀਆਂ, ਸਾਰਾ ਰਿਕਾਰਡ ਦਾ ਹਿੱਸਾ ਹੁੰਦਾ ਹੈ। ਤੇ ਜਿਹੜੀਆਂ ਅਨਪਾਰਲੀਮੈਂਟਰੀ ਟਰਮਸ ਹੁੰਦੀਆਂ ਉਹਨਾਂ ਨੂੰ, ਜਾਂ ਇਤਰਾਜ਼ਯੋਗ ਟਰਮ ਹੁੰਦੀਆਂ ਉਹਨਾਂ ਨੂੰ, ਉਹਨਾਂ ਦਾ ਹਿੱਸਾ ਨਹੀਂ ਬਣਾਇਆ ਜਾਂਦਾ। ਠੀਕ ਹੈ ਕਿ ਅੱਜ ਕੱਲ੍ਹ ਲਾਈਵ ਟੈਲੀਕਾਸਟ ਹੁੰਦੀ ਹੈ, ਉਹ ਵੱਖਰਾ ਇਸ਼ੂ ਹੈ, ਲੇਕਿਨ ਇਤਿਹਾਸ ਦਾ ਹਿੱਸਾ ਜਿਹੜੀ ਚੀਜ਼ ਬਣਦੀ ਹੈ ਉਹ ਜਿਹੜੀ ਹਾਊਸ ਦੇ ਰਿਟਨ ਪ੍ਰੋਸੀਡਿੰਗਸ ਹੈ ਉਹ ਬਣਦੀ ਹੈ। ਤੇ ਉਹਨਾਂ ਨੇ ਲਿਖਿਆ ਕਿ ਉਹਨੂੰ ਹਿੱਸਾ ਨਾ ਬਣਾਇਆ ਜਾਵੇ। ਮੈਂ ਬਿਲਕੁਲ ਸਹਿਮਤ ਹਾਂ ਕਿ ਇਹਦਾ ਹਿੱਸਾ ਨਾ ਬਣਾਇਆ ਜਾਵੇ, ਪਰ ਗੱਲ ਇਹ ਕਿ ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਸੀਗਾ, ਅਕਾਲੀ ਦਲ ਦੇ ਮੈਂਬਰ ਵੀ ਹਾਊਸ ਦੇ ਵਿੱਚ ਸੀਗੇ ਤੇ 2 ਮੈਂਬਰ ਸੀਗੇ ਤੇ ਅਯਾਲੀ ਜੀ, ਮਨਪ੍ਰੀਤ ਸਿੰਘ ਅਯਾਲੀ, ਇਹਨਾਂ ਦੀ ਪਾਰਟੀ ਦੇ ਲੀਡਰ, ਉਹਨਾਂ ਨੇ ਤਾਂ ਹਿੱਸਾ ਵੀ ਲਿਆ ਸੀ ਇਸ ਬਹਿਸ ਦੇ ਵਿੱਚ। ਚੰਗੇ ਤਰਕ ਉਹਨਾਂ ਨੇ ਦਿੱਤੇ ਸੀਗੇ ਤੇ ਉਹਨਾਂ ਨੇ ਸਪੌਟ ਤੇ ਆਬਜੈਕਟ ਕਿਉਂ ਨਹੀਂ ਕੀਤਾ? ਇਹ ਇਸ਼ੂ ਹਾਊਸ ਦੇ ਅੰਦਰ ਰੇਜ਼ ਹੋਣਾ ਚਾਹੀਦਾ ਸੀਗਾ। ਤੇ ਇਹੋ ਜਿਹੇ ਇਸ਼ੂ ਜਿਹੜੀ ਬਾਡੀ ਦਾ ਉਸ ਹਾਊਸ ਦੇ ਵਿੱਚ ਕੋਈ ਜੂਰਿਸਡਿਕਸ਼ਨ ਨਹੀਂ ਹੈ, ਉਹ ਰੇਜ਼ ਨਹੀਂ ਕਰਿਆ ਕਰਦੀ। ਸੋ ਇਹ ਜਿਹੜੀ ਟੈਕਨੀਕਲਿਟੀ ਹੈ ਉਹਦੇ ਹਿਸਾਬ ਤੇ ਇਹਨਾਂ ਦਾ ਸਟੈਂਡ SGPC ਦਾ ਗਲਤ ਹੈ। ਉਹ ਗੱਲ ਗਲਤ ਹੋਈ ਹੈ। ਅੰਦਰ ਜੋ ਕੁਛ ਜਿਹੜੇ ਲਫ਼ਜ਼ ਜਿਸ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਗਾਲਾ ਪ੍ਰਕਾਸ਼ ਕਰਦੇ ਸੁਖਬੀਰ ਸਿੰਘ ਬਾਦਲ ਹੋਰਾਂ ਦਾ, ਮੈਂ ਖੁਦ ਸਭ ਫੀਲ ਕਰਦਾ ਹਾਂ ਕਿ ਉਹ ਡੈਰੋਗੇਟਰੀ ਹੈ, ਲੇਕਿਨ ਇਹ ਆਬਜੈਕਸ਼ਨ ਅੰਦਰ ਹੋਣਾ ਚਾਹੀਦਾ ਸੀਗਾ। ਤੇ ਸਪੀਕਰ ਤਾਂ ਖੁਦ ਵੀ ਅੰਮ੍ਰਿਤਧਾਰੀ ਹੈਗੇ ਮੇਰੇ ਖਿਆਲ ਦੇ ਵਿੱਚ, ਤੇ ਸਿੱਖੀ 'ਚ ਉਹਨਾਂ ਦਾ ਬਹੁਤ ਵਿਸ਼ਵਾਸ ਹੈਗਾ ਜੀ। ਉਹ ਵੀ ਇਸ ਗੱਲ, ਹਾਂ, ਇਹਦੇ 'ਚ 2 ਪਹਿਲੂ ਜਿਹੜੇ ਮੈਂ ਇੱਕ ਵਾਰੀ ਹੋਰ ਕਲੀਅਰ ਕਰ ਦਿਆਂ ਕਿ ਇੱਕ ਤਾਂ ਮੁੱਖ ਮੰਤਰੀ ਨੇ ਜਦੋਂ ਕੁਝ ਇਸ ਤਰ੍ਹਾਂ ਦੇ ਸ਼ਬਦ ਵਰਤੇ ਨੇ ਦਾੜੀ ਨੂੰ ਲੈ ਕੇ, ਔਰ ਦੂਜਾ ਪ੍ਰਿੰਸੀਪਲ ਬੋਧਰਾਮ ਜਿਹੜੇ ਕਿ ਉਹਨਾਂ ਦੇ ਕਾਰਜਕਾਰੀ ਪ੍ਰਧਾਨ ਨੇ, ਆਮ ਆਦਮੀ ਪਾਰਟੀ ਦੇ MLA ਵੀ ਨੇ ਬੁਢਲਾਡੇ ਤੋਂ, ਜੇ ਮੈਂ ਗਲਤ ਨਹੀਂ, ਤੇ ਉਹਨਾਂ ਨੇ ਵੀ ਇਹ ਕੁਝ ਇੱਕ ਸ਼ਬਦ ਉਹ ਵਰਤੇ। ਉਹਨਾਂ ਤੇ ਇਤਰਾਜ਼ ਸ਼੍ਰੋਮਣੀ ਕਮੇਟੀ ਨੇ ਉਠਾਇਆ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਟੈਕਨੀਕਲੀ ਉਹ ਠੀਕ ਨਹੀਂ, ਹਾਊਸ ਦੇ ਅੰਦਰੋਂ ਇਤਰਾਜ਼ ਹੋਣਾ ਚਾਹੀਦਾ ਸੀ। ਤੇ ਆਮ ਤੌਰ ਤੇ ਇਹ ਸ਼ਬਦ, ਕੋਈ ਵੀ ਜਿਹੜਾ ਸ਼ਬਦ ਅਨਪਾਰਲੀਮੈਂਟਰੀ ਹੁੰਦਾ ਉਹਨੂੰ ਮੌਕੇ ਤੇ ਕੱਢ ਵੀ ਦਿੱਤਾ ਜਾਂਦਾ ਔਰ ਹਾਊਸ ਦੀ ਕਾਰਵਾਈ ਦਾ ਹਿੱਸਾ ਨਹੀਂ ਬਣਾਇਆ ਜਾਂਦਾ। ਤੇ ਸਪੀਕਰ ਬਹੁਤੀ ਵਾਰੀ ਮੌਕੇ ਤੇ ਮੰਗ ਅਨੁਸਾਰ ਜਾਂ ਆਪਣੇ ਵਿਵੇਕ ਅਨੁਸਾਰ ਇਹਨਾਂ ਸ਼ਬਦਾਂ ਨੂੰ ਬਾਹਰ ਕੱਢ ਦਿੰਦੇ ਆ। ਹੁਣ ਤੁਸੀਂ ਆਪਣੀ ਗੱਲ ਜਾਰੀ ਰੱਖੋ। ਤੇ ਮੇਰੇ ਖਿਆਲ ਦੇ ਵਿੱਚ ਇਹ ਆਬਜੈਕਸ਼ਨ ਅਕਾਲੀ ਦਲ ਦੇ MLAs ਵੱਲੋਂ ਸਪੌਟ ਤੇ ਹੋਣਾ ਚਾਹੀਦਾ ਸੀਗਾ। ਹਾਂ, ਬਾਅਦ ਦੇ ਵਿੱਚ ਜੇ ਆਬਜੈਕਸ਼ਨ ਕਰਨਾ ਹੈ ਤਾਂ MLA ਕਰਦੇ ਕਿ ਇਹਦਾ ਸਪੀਕਰ ਦਾ, ਉਹਨਾਂ ਦਾ ਰਾਈਟ ਹੈ MLA ਦਾ ਸਪੀਕਰ ਕੋਲ ਜਾ ਕੇ ਡਿਮਾਂਡ ਕਰਨ ਦਾ ਕਿ ਉਹ ਜਿਹੜੇ ਇਤਰਾਜ਼ਯੋਗ ਸ਼ਬਦ ਹੈ ਉਹਨਾਂ ਨੂੰ ਹਾਊਸ ਦੀ ਪ੍ਰੋਸੀਡਿੰਗ ਦਾ ਹਿੱਸਾ ਨਾ ਬਣਾਇਆ ਜਾਵੇ। ਇਹ ਉਹਨਾਂ ਦੀ ਕੰਮ ਹੈ। ਜਿਵੇਂ ਮੈਂ ਕਹਿੰਦਾ ਕਿ ਪੰਜਾਬ ਗੌਰਮੈਂਟ ਨੂੰ ਜਿਹੜਾ ਸਾਵਰਨ ਹਾਊਸ SGPC ਦਾ ਉਹਦੇ ਵਿੱਚ ਇੰਟਰਫੀਅਰ ਨਹੀਂ ਕਰਨਾ ਚਾਹੀਦਾ, ਉਹੀ ਆਰਗੂਮੈਂਟ ਇੱਥੇ ਵੀ ਲਾਗੂ ਹੁੰਦੀ ਹੈ। ਪਾਰਲੀਮੈਂਟ ਅਸੈਂਬਲੀ ਦਾ ਹਾਊਸ ਆਪਣੇ ਆਪ ਸੁਪਰੀਮ ਹੈ, ਕੋਈ ਦੂਸਰਾ ਹਾਊਸ ਇਹਦੀ ਫੰਕਸ਼ਨਿੰਗ ਦੇ ਵਿੱਚ ਕਿਵੇਂ ਇੰਟਰਫੀਅਰ ਕਰ ਸਕਦਾ ਹੈ? ਇਹ ਆਰਗੂਮੈਂਟ ਦੋਵੇਂ ਪਾਸੇ ਅਪਲਾਈ ਹੁੰਦੀ ਹੈ, ਇੱਕ ਪਾਸੇ ਨਹੀਂ ਹੁੰਦੀ। ਇਸ ਕਰਕੇ ਜਿਹੜੇ ਇਸ ਹਾਊਸ ਦੇ ਮੈਂਬਰ ਅਕਾਲੀ ਦਲ ਦੇ, ਉਹਨਾਂ ਨੂੰ ਇਹ ਤੇ ਇਤਰਾਜ਼ ਕਰਨਾ ਚਾਹੀਦਾ ਸੀਗਾ ਤੇ ਉਹ ਲਿਖ ਕੇ ਦਿੰਦੇ ਸਪੀਕਰ ਨੂੰ ਕਿ ਇਹਨਾਂ ਨੂੰ ਇਹਦਾ ਹਿੱਸਾ ਨਾ ਬਣਾਇਆ ਜਾਵੇ ਪ੍ਰੋਸੀਡਿੰਗ ਦਾ। ਦੂਜੀ ਗੱਲ ਇਹ ਹੈ, ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਜਿਹੜਾ SGPC ਦਾ ਸਟੈਂਡ ਹੈ ਟੈਕਨੀਕਲੀ ਉਹ ਠੀਕ ਨਹੀਂ ਗਾ। ਸੋ ਇੱਥੇ ਗੜਬੜ ਸਾਰੇ। ਲੇਕਿਨ ਮੈਂ ਇੱਕ ਗੱਲ ਹੋਰ ਇੱਥੇ ਐਡ ਕਰਨੀ ਚਾਹੂੰਗਾ ਜੀ। ਬਿਲਕੁਲ ਮੈਨੂੰ ਵੀ ਗੱਲ ਭੈੜੀ ਲੱਗੀ ਸੀ ਬੜੀ, ਜਦੋਂ ਭਗਵੰਤ ਮਾਨ ਹੋਰਾਂ ਨੇ ਕਮੈਂਟ ਕੀਤੇ ਇਹੋ ਜਿਹੇ, ਤੇ ਮੈਨੂੰ ਉਦੋਂ ਵੀ ਭੈੜਾ ਲੱਗਿਆ ਸੀਗਾ ਜਦੋਂ ਕੁਝ ਸਾਲ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹੋਲੀ ਦੀਆਂ ਆਪਣੀਆਂ ਫੋਟੋਆਂ ਰਿਲੀਜ਼ ਕੀਤੀਆਂ ਸੀ, ਜਿਨ੍ਹਾਂ ਦੇ ਵਿੱਚ ਉਹਨਾਂ ਦੇ ਮੂੰਹ ਸਿਰ ਤੇ ਰੰਗ ਮਲਿਆ ਹੋਇਆ ਸੀ ਤੇ ਸਿਰ ਨੰਗਾ ਸੀ, ਤੇ ਉਹ ਫੋਟੋਆਂ ਇਤਰਾਜ਼ਯੋਗ ਸੀ। ਸਾਰੇ ਸਿੱਖ ਜਗਤ ਨੇ ਉਦੋਂ ਇਤਰਾਜ਼ ਕੀਤਾ ਸੀ ਕਿ SGPC ਦੇ ਪ੍ਰਧਾਨ ਨੇ ਉਦੋਂ ਇਤਰਾਜ਼ ਕੀਤਾ ਸੀ ਕਿ ਜਿਹੜਾ ਸ਼੍ਰੋਮਣੀ ਕਮੇਟੀ ਦਾ, ਆਪਣੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ, ਜਿਹਨੇ ਜਿਹੜਾ ਅੰਮ੍ਰਿਤਧਾਰੀ ਹੈ, ਉਹਨੂੰ ਇਹ ਇਸ ਗੱਲ ਦੇ ਵਿੱਚ ਪੈਣਾ ਚਾਹੀਦਾ ਸੀਗਾ। ਜਿੰਨੀ ਇਤਰਾਜ਼ਯੋਗ ਹੁਣ ਇਹ ਗੱਲ ਹੋਈ ਹੈ,
ਉਸ ਵੇਲੇ ਵੀ ਉਹ ਵੀ ਉਨੀ ਹੀ ਇਤਰਾਜ਼ਯੋਗ ਸੀਗੀ। ਸੋ ਜੀ ਉਹ ਜਿਹੜੀ ਅਪਰੋਚ ਹੈ ਨਾ ਧਰਮ ਦੇ ਬਾਰੇ, ਇਹ ਸਿਲੈਕਟਿਵ ਨਹੀਂ ਹੋਣੀ ਚਾਹੀਦੀ, ਇਹ ਯੂਨੀਫਾਰਮ ਹੋਣੀ ਚਾਹੀਦੀ ਹੈ। ਸੁਖਵੀਰ ਜੀ ਅੰਮ੍ਰਿਤਧਾਰੀ ਸਿੱਖ ਹੈਗੇ, ਮੈਂ ਹੋਰ ਕੁਝ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਕਿ ਇਹ ਮਰਿਆਦਾ ਨੂੰ, ਅੰਮ੍ਰਿਤੀ ਨੂੰ ਅਬਜ਼ਰਵ ਕਰਦੇ ਕਿ ਨਹੀਂ ਕਰਦੇ, ਇਹ ਸਾਰਿਆਂ ਨੂੰ ਹੀ ਪਤਾ ਹੈ। ਲੇਕਿਨ ਜਿਹੜਾ ਇਤਰਾਜ਼ ਹੋਣਾ ਚਾਹੀਦਾ ਹੈ ਉਹ ਸਮੇਂ-ਸਮੇਂ ਤੇ ਸਾਰਿਆਂ ਦੇ ਖਿਲਾਫ ਹੋਣਾ ਚਾਹੀਦਾ ਹੈ। ਬਿਲਕੁਲ। ਸਰਦਾਰ ਹਰਮੀਤ ਸਿੰਘ ਜੀ ਹੁਣਾਂ ਕੋਲ ਚੱਲਦੇ ਆ। ਵਿਧਾਨ ਸਭਾ ਦੇ ਵਿੱਚ ਤਾਂ ਅਸੀਂ ਉਹ ਵੀ ਮੰਜ਼ਰ ਦੇਖਿਆ ਜਦੋਂ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਜਿਸ ਤਰ੍ਹਾਂ ਦੀ ਭਾਸ਼ਾ ਤੇ ਉੱਤਰ ਆਉਂਦੇ ਆ, ਜਦੋਂ ਬਿਕਰਮ ਸਿੰਘ ਮਜੀਠੀਆ ਤੇ ਸੁਖਜਿੰਦਰ ਸਿੰਘ ਰੰਧਾਵਾ ਉਹ ਵੀ ਆਪਸ ਵਿੱਚ ਭਿੜ ਜਾਂਦੇ ਆ, ਤੇ ਫਿਰ ਉਹਨਾਂ ਦੇ ਪਿੱਛੇ ਦੇਖੋ ਦੇਖੀ ਬਾਕੀ ਮੈਂਬਰ ਵੀ ਜਿਸ ਤਰ੍ਹਾਂ ਦੀ ਹੋ ਹੱਲਾ ਕਰਦੇ ਰਹੇ ਆ, ਉਹ ਸਾਰੇ ਸਾਡੇ ਦੇਖੇ ਦਿਖਾਏ ਹੈਗੇ ਆ। ਪਰ ਮੈਂ ਸਰਦਾਰ ਹਰਮੀਤ ਸਿੰਘ ਜੀ ਇਸ ਗੱਲ ਨੂੰ ਕੰਟੀਨਿਊਟੀ 'ਚ ਇਹ ਸਿਲਸਿਲਾਵਾਰ ਅੱਗੇ ਤੋਰਨਾ ਚਾਹੂੰਗਾ ਕਿ ਸ਼੍ਰੋਮਣੀ ਕਮੇਟੀ ਦਾ ਜਿਹੜਾ ਇਤਰਾਜ਼ ਆ ਉਹ ਆਪਣੀ ਜਗ੍ਹਾ ਹੈ, ਪਰ ਅਜੇ ਵੀ ਇਹ ਬਹਿਸ ਮੁੱਕਣ ਦਾ ਨਾਂ ਨਹੀਂ ਲੈ ਰਹੀ। ਪ੍ਰਸਾਰਣ ਦੇ ਮਾਮਲੇ 'ਚ ਲਿਆਂਦਾ ਗਿਆ ਸੋਧ ਬਿੱਲ ਤੇ ਉਸ ਤੋਂ ਇਲਾਵਾ ਜਿਹੜੀ ਵਰਤੀ ਗਈ ਭਾਸ਼ਾ, ਇਹ ਤੁਹਾਨੂੰ ਲੱਗਦਾ ਕਿ 26 ਤਰੀਕ ਵਾਲਾ ਜਿਹੜਾ ਅਜਲਾਸ ਹੈ ਉੱਥੇ ਤੱਕ ਇਹ ਹੋਰ ਵਿਸਥਾਰ ਲੈ ਜੂ? ਅਸਲ ਦੇ ਵਿੱਚ ਜਿਹੜੇ ਵੀ ਮਾਮਲੇ ਨੇ, ਇੱਕ ਤਾਂ ਅਸੈਂਬਲੀਆਂ ਦੇ ਅੰਦਰ ਬੋਲਣ ਦਾ ਇੱਕ ਮਿਆਰ ਹੁੰਦਾ ਹੈ। ਨਾਰਮਲੀ ਇਹ ਕਿਹਾ ਜਾਂਦਾ ਕਿ ਜਿਹੜਾ ਬੰਦਾ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਦਾ ਅੰਦਰ, ਉਹਦੇ ਬਾਰੇ ਬੋਲਿਆ ਨਾ ਜਾਵੇ, ਕੋਈ ਡੈਰੋਗੇਟਰੀ ਲੈਂਗੁਏਜ ਜਾਂ ਕੋਈ ਇਹੋ ਜਿਹਾ ਤੱਥ ਜਿਹੜਾ ਤੱਥ ਨਾ ਠੀਕ ਹੋਵੇ। ਕਿਉਂਕਿ ਆਮ ਹੀ ਇਹ ਹੈ, ਉੱਥੇ ਉੱਠ ਕੇ ਕੋਈ ਨਾ ਕੋਈ ਆਬਜੈਕਟ ਕਰਦਾ ਹਮੇਸ਼ਾ ਕਿ ਉਹ ਬੰਦਾ ਇੱਥੇ ਮੌਜੂਦ ਨਹੀਂ ਹੈ, ਇਸ ਕਰਕੇ ਉਹਦੇ ਬਾਰੇ ਤੁਸੀਂ ਇਹ ਗੱਲਾਂ ਨਹੀਂ ਕਰ ਸਕਦੇ ਜਾਂ ਇਹ ਗੱਲਾਂ ਨਹੀਂ ਬੋਲ ਸਕਦੇ। ਇਹ ਇੱਕ ਨਾਰਮਲ ਅਸੈਂਬਲੀ ਤੇ ਪਾਰਲੀਮੈਂਟ ਦੇ ਵਿੱਚ ਨਾਰਮਲ ਗੱਲ ਹੋ ਜਾਂਦੀ ਹੈ, ਕਿਉਂਕਿ ਉਹ ਡਿਫੈਂਡ ਖੁਦ ਨਹੀਂ ਕਰ ਰਿਹਾ। ਤੇ ਇਹ ਮਾਮਲਾ ਤਾਂ ਇਕੱਲਾ ਇੱਕ ਵਿਅਕਤੀ ਦਾ ਕੁਐਸਚਨ ਨਹੀਂ ਹੈ, ਇੱਕ ਭਾਈਚਾਰੇ ਦੇ ਮਤਲਬ ਉਹਨਾਂ ਦਾ ਕੁਐਸਚਨ ਹੈ, ਉਹਦੇ ਰਹਿਤ ਦਾ, ਉਹਦੀ ਬਾਕੀ ਚੀਜ਼ਾਂ ਤਾਂ ਜਦੋਂ ਤੁਸੀਂ ਗੱਲ ਕਰਦੇ ਹੋ ਇੱਕ ਨਿੱਜੀ ਬੰਦੇ ਦਾ ਕੁਐਸਚਨ ਨਹੀਂ ਹੈ। ਪਰ ਪਿਛਲੇ ਸਮੇਂ ਤੋਂ ਜੋ ਮਿਆਰ ਸਾਡੀ ਪੋਲਿਟਿਕਸ ਦਾ ਨੀਚੇ ਆ ਗਿਆ ਹੈ, ਪਿਛਲੇ ਦਿਨਾਂ ਚ ਸੁਖਬੀਰ ਬਾਦਲ ਨੇ ਬਾਹਰ ਕਿਹਾ, ਉਹ ਅਸੈਂਬਲੀ ਚ ਨਹੀਂ ਕਿਹਾ। ਮਰਿਆਦਾ ਤਾਂ ਮਰਿਆਦਾ ਹੀ ਹੁੰਦੀ ਹੈ ਆਫਟਰ ਆਲ ਸਭਿਅਤ ਦੇ। ਜਿਵੇਂ ਇੱਕ ਚੀਫ ਮਿਨਿਸਟਰ ਉਹ ਸੀ, ਇੱਕ ਚੀਫ ਮਿਨਿਸਟਰ ਉਹ ਸੀ, ਇੱਕ ਹੋਣ ਵਾਲਾ ਪਾਗਲ ਜਾਂ ਇਹੋ ਜਿਹਾ ਉਹਨੇ ਕਹਾ ਜਾ ਕੇ, ਉਦੋਂ ਬਾਅਦ ਇੱਕ ਹੋਰ ਦੂਜੇ ਭਗਵੰਤ ਮਾਨ ਨੇ ਉਸੇ ਸਟਾਈਲ ਚ ਇੱਕ ਹੋਰ ਛੇੜਤੀ ਗੱਲ, ਤੇ ਫਿਰ ਉਹੀ ਚੱਲਦਾ ਉਹ ਲੈਗੇਸੀ ਨਾਲ ਆਉਂਦੀ ਹੈ ਨਾ। ਚਾਹੇ ਫਿਰ ਤੁਸੀਂ ਸਥਾਨ ਬਦਲਣ ਨਾਲ ਨਹੀਂ ਚੀਜ਼ਾਂ ਬਦਲ ਜਾਂਦੀਆਂ, ਬੰਦਾ ਇੰਨੇ ਕੁ ਨਾਲ ਇਹ ਬਦਲ ਜੂਗਾ। ਇਹ ਕਾਫੀ ਲੰਮੇ ਸਮੇਂ ਤੋਂ ਇੱਕ ਕੰਟੀਨਿਊ ਪ੍ਰੋਸੈਸ ਹੈ, ਜਿਹੜਾ ਸ਼ਬਦਾਂ ਦੇ ਮਿਆਰ ਨੀਚੇ ਜਾ ਰਹੇ ਨੇ। ਇੱਕ ਦੂਜੇ ਬਾਰੇ ਸੰਬੋਧਨ ਜਿਹੜਾ ਕਰਨ ਦੀ ਗੱਲ ਹੈ ਉਹ ਕਾਫੀ ਮੁਸ਼ਕਲ ਉਸ ਲੈਵਲ ਦੀ ਗੱਲ ਆ ਜਾਂਦੀ ਹੈ। ਔਰ ਇਸੇ ਕਰਕੇ ਸ਼ਾਇਦ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਪੋਲੀਟੀਸ਼ੀਅਨ ਦੇ ਕੋਲ ਜਾਂ ਜਿਹੜੇ ਇਨਸਾਨ ਦੇ ਕੋਲ ਆਪਣੀ ਗੱਲ ਬਾਦਲੀਲ ਕਹਿਣ ਦੀ, ਉਹ ਤੱਥਾਂ ਨਾਲ ਕਹਿਣ ਦੀ ਕਾਬਲੀਅਤ ਘਟ ਜਾਂਦੀ ਹੈ, ਉਹ ਮਿਆਰੋਂ ਹੇਠਲੀ ਗੱਲ ਕਰਨਾ ਸ਼ੁਰੂ ਕਰਦੇ ਨੇ ਫਿਰ, ਕਿਉਂਕਿ ਹੇਠਾਂ ਤੱਕ ਕੋਈ ਗੱਲ ਚਲੀ ਜਾਵੇ। ਸਾਡਾ ਔਨ ਦੀ ਹੋਲ ਜਿਹੜੀ ਕਲਾਸ ਹੈ ਉਹਦੇ ਬਾਰੇ ਵੀ ਇਹ ਗੱਲ ਢੁਕਦੀ ਹੈ ਕਿ ਤੁਸੀਂ ਕਿਹੜੇ ਸ਼ਬਦਾਂ 'ਚ ਕਿਵੇਂ ਗੱਲ ਕਰਦੇ ਹੋ। ਹੁਣ ਜਿਹੜੀ ਇਹ ਗੱਲ ਹੈ ਕਿ ਉੱਥੇ ਆਬਜੈਕਟ ਅੱਜ ਦੇ ਦੌਰ ਦੇ ਵਿੱਚ ਮੇਰਾ ਖਿਆਲ ਹੈ ਜੋ ਬੋਲੇ ਗਏ ਸ਼ਬਦ ਨੇ, ਇਹ ਜਦੋਂ ਦੇ ਵਿਧਾਨ ਸਭਾ ਦੇ ਮਰਿਆਦਾ ਜਾਂ ਉਹ ਬੜੀਆਂ ਹੋਈਆਂ ਨੇ, ਉਦੋਂ ਕੋਈ ਇਹ ਮੀਡੀਆ ਨਹੀਂ ਸੀ, ਕੋਈ ਇਲੈਕਟ੍ਰੋਨਿਕ, ਕੋਈ ਸੋਸ਼ਲ, ਕੋਈ ਬਾਕੀ ਕੋਈ ਤਰੀਕੇ। ਤਾਂ ਜਿਹੜਾ ਕਦੇ ਰਿਸਰਚ ਕਰਦਾ ਹੋਊਗਾ ਉਹ ਇਸੇ ਨੂੰ ਆਥੈਂਟਿਕ ਮੰਨਦਾ ਸੀ ਤੇ ਇਹਦੇ ਚੋਂ ਹੀ ਆਉਂਦਾ ਸੀ। ਅੱਜ ਕੱਲ ਤਾਂ ਕੰਟਰਾਸਟ ਹੋ ਗਈਆਂ ਸਾਰੀਆਂ ਰਿਸਰਚਾਂ, ਵੀ ਆਹ ਪਏ ਨੇ ਅਖਬਾਰ, ਆਹ ਪਈ ਆ ਬਾਕੀ ਚੀਜ਼, ਆਹ ਪਈ ਆ ਬਾਕੀ ਚੀਜ਼, ਆਹ ਪਈ ਹੈ। ਉਹਦੇ ਪਿੱਛੇ ਲੌਜਿਕ ਕੌਣ ਹੈ, ਮੌਕੇ ਤੇ ਆਬਜੈਕਟ ਕੀਤਾ ਨਹੀਂ ਕੀਤਾ, ਕਿਸੇ ਨੇ ਬਾਹਰੋਂ ਕੀਤਾ, ਇਹ ਸਾਰੀਆਂ ਗੱਲਾਂ ਸਾਹਮਣੇ ਆਉਣਗੀਆਂ। ਮੈਨੂੰ ਲੱਗਦਾ ਆਉਣ ਵਾਲਾ ਬੰਦਾ ਵੀ ਕਨਫਿਊਜ਼ਨ ਚ ਹੋ ਜਾਊਗਾ। ਔਰ ਦੂਜੀ ਗੱਲ ਮੈਨੂੰ ਇਹ ਵੀ ਲੱਗਦਾ ਕਿ ਜ਼ਰੂਰੀ ਨਹੀਂ ਹੈ ਅਸੀਂ ਇਤਿਹਾਸ ਨੂੰ ਇਸ ਢੰਗ ਨਾਲ ਫੋਲੋ ਕਰੀਏ। ਇਤਿਹਾਸ ਦੇ ਵਿੱਚ ਗਲਤੀਆਂ ਵੀ ਹੁੰਦੀਆਂ ਨੇ, ਇਤਿਹਾਸ ਦੇ ਵਿੱਚ ਚੰਗੇ ਪੱਖ ਵੀ ਹੁੰਦੇ ਨੇ। ਉਹਨੂੰ ਰਹਿਣ ਦਿਓ ਦਰਜ। ਉਸ ਮਾਮਲੇ ਦੇ ਵਿੱਚ ਕੀ ਫਰਕ ਪੈ ਗਿਆ? ਹੁਣ 4 ਦਿਨ ਦਾ ਉਹ ਦਰਜ ਜਾਂ 10 ਦਿਨ ਦਾ 10 ਦਿਨ ਬਾਅਦ ਤੁਸੀਂ ਕਰੋਗੇ। ਤੁਹਾਡੇ ਕਿਸ ਮਿਆਰ ਦੀ ਲੀਡਰਸ਼ਿਪ? ਅਸੀਂ ਵੈਸਾ ਪੁਰਾਣੀਆਂ ਪੜ੍ਹਦੇ ਹਾਂ ਨਾ ਕੰਸਟੀਚੂਐਂਟ ਅਸੈਂਬਲੀ ਦੀਆਂ, ਸਾਨੂੰ ਉਹ ਮਿਆਰ ਉਹਦੇ ਚੋਂ ਦਿਖਾਈ ਦਿੰਦਾ। ਜਿਹੜੀਆਂ ਵੈਸਾ ਅਸੈਂਬਲੀ ਦੀਆਂ ਪੁਰਾਣੀਆਂ ਪੜ੍ਹਦੇ ਆ, ਜਿਵੇਂ ਜਿਵੇਂ ਅਗਲੇ 5 ਸਾਲ ਦਾ ਆਉਂਦਾ, ਅਗਲੇ 5 ਸਾਲ ਜੇ ਪੜਾਂਗੇ ਤਾਂ ਮਿਆਰ ਪਤਾ ਲੱਗੂਗਾ, ਤਾਂ ਉਹ ਤੋਂ ਆਉਣ ਵਾਲੀਆਂ ਪੀੜ੍ਹੀਆਂ ਸਿੱਖਣਗੀਆਂ। ਜੇਕਰ ਇੱਧਰ ਉੱਧਰ ਕਰਕੇ ਉਹਨੂੰ ਬਹੁਤ ਜ਼ਿਆਦਾ ਠੀਕ ਜਾ ਕਰਕੇ ਪਰੋਸਾਂਗੇ ਆਉਣ ਵਾਲੇ ਸਮੇਂ ਦੇ ਵਿੱਚ, ਤਾਂ ਰੀਅਲ ਸੈਂਸ ਕਿਵੇਂ ਜਾਏਗੀ ਸੁਸਾਇਟੀ ਦੇ ਸਾਹਮਣੇ ਉਸ ਮਾਮਲੇ ਦੇ ਵਿੱਚ? ਇਹਦੇ ਨਾਲ ਕੁਆਲੀਟੇਟਿਵਲੀ ਤਾਂ ਕੋਈ ਫਰਕ ਨਹੀਂ ਪੈਣਾ ਲੋਕਾਂ ਤੇ, ਜੋ ਹੋਣਾ ਸੀ ਉਹ ਤਾਂ ਹੋ ਚੁੱਕਾ ਹੈ, ਔਰ ਅੱਗੇ ਲਈ ਵੀ ਇਸ ਲੈਵਲ ਦੀ ਗੱਲ ਹੈ। ਤੇ ਹਾਂ, ਅੱਗੇ ਗੱਲ ਇਹ ਹੈ, ਸਭ ਤੋਂ ਬੜਾ ਮਾਮਲਾ ਮੈਨੂੰ ਲੱਗਦਾ ਇਹ ਹੋਰ ਤਰ੍ਹਾਂ ਦਾ ਬਣਦਾ। ਐਕਚੁਅਲੀ ਇਸ਼ੂ ਇਹ ਫੈਡਰਲ ਸਟਰਕਚਰ ਦਾ ਹੈ, ਦੂਜੀਆਂ ਸੰਸਥਾਵਾਂ ਦੇ ਮਿਆਰ ਦਾ, ਉਹਨਾਂ ਸੰਸਥਾਵਾਂ ਦੇ ਵਿੱਚ ਦਖਲ ਨਾ ਦੇਣ ਦਾ, ਚਾਹੇ ਜਿਹੜੇ ਵੀ ਵੱਲ ਮਰਜ਼ੀ ਆਏ। ਇੱਕ ਯੂਨੀਵਰਸਿਟੀ ਦੀ ਆਟੋਨਮਸ ਨਾਲ ਸੰਬੰਧਿਤ ਬਿੱਲ ਹੈ, ਉਹਦੀ ਖੁਦ ਮੁਖਤਿਆਰੀ ਨੂੰ ਹੋਰ ਸ਼ਰਿੰਕ ਕਰ ਦੇਣ ਦਾ, ਕਿ ਡਾਇਰੈਕਟ ਚੀਫ ਮਿਨਿਸਟਰ ਹੁਣ ਉੱਥੇ ਚਾਂਸਲਰ ਬਣ ਜਾਊਗਾ, ਤੇ ਇਹਦੀ ਬਜਾਏ ਕਿ ਉਹਦੀ ਖੁਦ ਮੁਖਤਿਆਰੀ ਕਿਵੇਂ ਬਰਕਰਾਰ ਰਹੇ। ਵੈਸੇ ਤਾਂ ਪ੍ਰੈਕਟਿਸ ਦੇ ਵਿੱਚ ਤਾਂ ਇਹ ਸਿਧਾਂਤਕ ਇਸ਼ੂ ਹੈ, ਪ੍ਰੈਕਟਿਸ ਦੇ ਵਿੱਚ ਤਾਂ ਹੁਣ ਵੀ ਕਿੰਨੀ ਕੁ ਖੁਦ ਮੁਖਤਿਆਰ ਯੂਨੀਵਰਸਿਟੀਆਂ ਹੈਗੀਆਂ
ਆਪਾਂ ਨੂੰ ਪਤਾ ਹੀ ਹੈ ਵਾਈਸ ਚਾਂਸਲਰ ਆ ਬੈਠੇ ਰਹਿੰਦੇ ਨੇ ਮੰਤਰੀਆਂ ਦੇ ਬਾਹਰ ਤੇ ਉਹ 4-4 ਘੰਟੇ ਅੰਦਰ ਨਹੀਂ ਬੁਲਾਉਂਦੇ, 2-2 ਘੰਟੇ ਤਾਂ ਰੂਟੀਨ ਦੀ ਗੱਲ ਹੈ। ਔਰ ਮੇਰੇ ਕੋਲ ਇੱਕ ਵਾਈਸ ਚਾਂਸਲਰ ਦਾ 3.5-4.5 ਘੰਟੇ ਦਾ ਆਪਦਾ ਸੁਣਾਇਆ ਹੋਇਆ ਦਰਦ ਹੈ ਕਿ ਉਹ ਬਾਹਰ ਕਿਵੇਂ ਬੈਠਦੇ ਨੇ ਚੀਫ ਮਿਨਿਸਟਰਾਂ ਦੇ ਤੇ ਦੂਜੇ ਕੰਮ ਕਰੀ ਜਾਂਦੇ ਨੇ। ਨਹੀਂ ਤਾਂ ਵਾਈਸ ਚਾਂਸਲਰ ਦਾ ਐਵੇਂ ਨਹੀਂ ਡੀਲ ਕੋਈ ਕਰਦਾ ਹੁੰਦਾ, ਕੋਈ ਸਧਾਰਨ ਬੰਦਾ ਤੁਹਾਡੇ ਕੋਲ ਹੋਰ ਲੈ ਕੇ ਨਹੀਂ ਆਇਆ, ਉਹ ਇੰਸਟੀਟਿਊਸ਼ਨ ਦਾ ਐਡਾ ਤੇ ਤੁਸੀਂ ਬਾਹਰ ਚ ਖੜੇ ਹੋਣੇ ਚਾਹੀਦੇ ਹੋ ਜੇ ਅਕੈਡਮਿਸ਼ਨ ਦੀ ਤੁਸੀਂ ਮਤਲਬ ਇੱਜ਼ਤ ਕਰਦੇ ਹੋ, ਜੇ ਗਿਆਨ ਦੀ ਜਾਂ ਨੌਲੇਜ ਦੀ ਇੱਜ਼ਤ ਕਰਦੇ ਹੋ ਤਾਂ ਉਸ ਲੈਵਲ ਦੀਆਂ ਗੱਲਾਂ ਹੋਣੀਆਂ ਚਾਹੀਦੀਆਂ ਨੇ। ਪ੍ਰੈਕਟੀਕਲੀ ਤਾਂ ਖਤਮ ਹੈ। ਹੁਣ ਅਸੀਂ ਕਾਨੂੰਨੀ ਤੌਰ ਸ਼ਕਲ ਦੇ ਵਿੱਚ ਸਿਧਾਂਤਕ ਤੌਰ ਤੇ ਵੀ ਖਤਮ ਕਰ ਦਾਂਗੇ ਤਾਂ ਕਿੱਧਰ ਨੂੰ ਜਾਏਗੀ ਗੱਲ। ਇਹ ਬੇਸਿਕ ਫੰਡਾ ਇਸ ਡਿਬੇਟ ਦਾ ਹੋਣਾ ਚਾਹੀਦਾ ਕਿ ਆਟੋਨਮਸ ਬਾਡੀ ਦਾ ਕੁਐਸਚਨ ਕਿੱਥੇ ਹੈ। ਦੂਜੀ ਗੱਲ ਇਸੇ ਕਰਕੇ ਹੋਣਾ ਚਾਹੀਦਾ ਹੈ, ਬਿਲਕੁਲ ਜਿਵੇਂ ਉਹਨਾਂ ਨੇ ਡੀਜੀਪੀ ਲਾਉਣ ਦੀ ਗੱਲ ਕੀਤੀ ਹੈ, ਜੇ ਅਸੀਂ ਉਹਦੀ ਸਪੋਰਟ ਕਰਦੇ ਹਾਂ, ਡੀਜੀਪੀ ਇਹਨਾਂ ਦਾ ਆਪਣਾ ਹੋਣਾ ਚਾਹੀਦਾ ਕਿਉਂਕਿ ਅੰਦਰ ਸਰਕਾਰ ਦਖਲ ਦੇ ਤਾਂ ਅਸੀਂ ਯੂਨੀਵਰਸਿਟੀ ਖੁਦ ਮੁਖਤਿਆਰੀ। ਇਸੇ ਤਰ੍ਹਾਂ ਇਹ ਲਾ ਹੈ ਜਿਹੜਾ ਅੱਗੇ ਚੱਲੂਗਾ, ਇੱਥੇ ਖੜ ਹੀ ਨਹੀਂ ਸਕਦਾ ਜਿੰਨਾ ਚਿਰ ਕੋਈ ਸੋਲੂਸ਼ਨ ਉਸ ਲੈਵਲ ਤੇ ਨਹੀਂ ਆਉਂਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 2 ਚੁਣੀਆਂ ਹੋਈਆਂ ਸੰਸਥਾਵਾਂ ਦੇ ਵਿੱਚ ਟਕਰਾਇਆ। ਕੱਲ ਨੂੰ ਸ਼੍ਰੋਮਣੀ ਕਮੇਟੀ ਹੈ ਕਿ ਡੈਰੋਗੇਟਰੀ ਸ਼ਬਦ ਕੱਢ ਦਿਓ, ਕੱਲ ਨੂੰ ਉੱਥੇ ਰੈਜੂਲੇਸ਼ਨ ਵੀ ਪਾਸ ਕਰ ਸਕਦੀ ਹੈ ਔਰ ਕਰੇਗੀ ਵੀ। ਮੇਰੇ ਖਿਆਲ ਹੈ ਜੇਕਰ ਇਹੋ ਜਿਹੀਆਂ ਗੱਲਾਂ ਆਉਂਦੀਆਂ ਨੇ ਕਿ ਆਹ ਗੱਲਾਂ ਨਾਲ ਅਸੀਂ ਸਹਿਮਤ ਨਹੀਂ ਆ, ਇੱਕ ਅਸੈਂਬਲੀ ਕਰੂਗੀ, ਇੱਕ ਉੱਥੇ ਅਸੈਂਬਲੀ ਦੇ ਵਿੱਚ ਤੇ ਪਾਰਲੀਮੈਂਟ ਦੇ ਵਿੱਚ ਸੰਵਿਧਾਨਕ ਤੌਰ ਤੇ ਜਿਹੜੇ ਇੱਕ ਪ੍ਰਿਵਿਲੇਜ ਮਿਲਿਆ ਹੋਇਆ ਮੈਂਬਰਾਂ ਨੂੰ ਕਿ ਕੁਝ ਵੀ ਕਹਿ ਦੇਣ ਤੇ ਉਹਦੇ ਤੇ ਬਾਹਰ ਮੁਕੱਦਮਾ ਨਹੀਂ ਚੱਲ ਸਕਦਾ। ਔਰ ਉਹ ਮੇਰਾ ਖਿਆਲ ਹੈ ਇਹ ਲਿਬਰਟੀ ਤਾਂ ਇਸ ਕਰਕੇ ਦਿੱਤੀ ਸੀ ਕਿ ਇੰਨੀ ਬੇਬਾਕੀ ਨਾਲ ਉੱਥੇ ਡਿਬੇਟ ਹੋਵੇ, ਜਿੱਡੀਆਂ ਮਰਜ਼ੀ ਔਖੀਆਂ ਗੱਲਾਂ ਕਿਸੇ ਬਾਰੇ ਕਹਿ ਸਕਣ ਤੇ ਜਿਹਦੇ ਕਰਕੇ ਉਹਨਾਂ 'ਚ ਬਾਹਰ ਮੁਕੱਦਮਾ ਨਹੀਂ ਚੱਲੂਗਾ। ਤੇ ਜਦੋਂ ਗਵਰਨਰ ਪੰਜਾਬ ਦਾ ਕਹਿੰਦਾ ਨਾ ਵੀ ਉਹੀ ਗੱਲਾਂ ਬਾਹਰ ਆ ਕੇ ਕਰੋ ਪੜੀਆਂ ਜੀਆਂ, ਫਿਰ ਲਾ ਦੱਸਦੇ ਆ ਲਾ ਕੀ ਹੈ, ਕਿਉਂਕਿ ਅੰਦਰ ਇਮਿਊਨਿਟੀ ਹੈ। ਤੇ ਇਹਦਾ ਮਤਲਬ ਇਹ ਹੈ ਕਿ ਉਹ ਸਾਰੇ ਪ੍ਰਿਵਿਲੇਜ ਫਿਰ ਖਤਮ ਹੋ ਜਾਣੇ ਚਾਹੀਦੇ ਨੇ। ਜੇ ਸਾਡਾ ਮਿਆਰ ਇਹੋ ਜਿਹਾ ਹੈ ਫਿਰ ਬਾਹਰ ਵੀ ਉਹਨਾਂ ਤੇ ਮੁਕੱਦਮੇਬਾਜ਼ੀ ਹੋ ਜਾਏ ਫਿਰ ਤਾਂ ਅਸੀਂ ਉਧਰ ਨੂੰ ਚੱਲ ਪਾਂਗੇ ਵੀ ਹਾਂ ਠੀਕ ਹੈ ਜੀ, ਫਿਰ ਅੰਦਰ ਵੀ ਹੋਵੇ। ਉਹ ਕਿਸੇ ਕਾਰਨ ਕਰਕੇ ਜੀ ਸੀਗੀਆਂ ਇਹ ਚੀਜ਼ਾਂ, ਉਹਨਾਂ ਕਾਰਨਾਂ ਕਰਕੇ ਕਿ ਜਿਹੜੇ ਸਾਡੇ ਨੁਮਾਇੰਦੇ ਨੇ ਉਹ ਬੇਬਾਕੀ ਨਾਲ ਬੋਲਣ। ਬੇਬਾਕੀ ਦਾ ਮਤਲਬ ਡੈਰੋਗੇਸ਼ਨ ਨਹੀਂ ਹੈ, ਬੇਬਾਕੀ ਦਾ ਮਤਲਬ ਹੈ ਤੁਸੀਂ ਬਿਨਾਂ ਡਰੇ ਕਿਸੇ ਜੱਜ ਬਾਰੇ ਕੁਝ ਕਹਿ ਸਕਦੇ ਹੋ, ਬਿਨਾਂ ਡਰੇ ਕਿਸੇ ਬਾਹਰਲੇ ਵੱਡੇ ਅਫਸਰ ਬਾਰੇ, ਵੱਡਾ ਡੀਜੀਪੀ ਜਿਹੜੇ ਮਰਜ਼ੀ ਬੋਲੋ ਕੋਣ ਉਹਦੇ ਬਾਰੇ ਬੇਝਿਜਕ ਕੋਈ ਐਮਐਲਏ ਆਪਣੀ ਗੱਲ ਰੱਖ ਸਕਦਾ। ਔਰ ਪਰ ਹੌਲੀ ਹੌਲੀ ਜਿਵੇਂ ਮੈਂ ਕਿਹਾ ਵੀ ਇਹ ਸਿਧਾਂਤਕ ਰਹਿ ਗਈਆਂ ਗੱਲਾਂ, ਪ੍ਰੈਕਟੀਕਲੀ ਤਾਂ ਹੁਣ ਬਾਹਰ ਦਿਖਾਈ ਦੇ ਰਹੀਆਂ ਨੇ ਜੋ ਵੀ ਚੀਜ਼ਾਂ ਸਾਡੇ ਸਾਹਮਣੇ ਨੇ। ਔਰ ਇਹ ਜਿਹੜੇ ਸਵਾਲ ਨੇ ਅਸਲ ਦੇ ਵਿੱਚ ਇਹ ਚੱਲਦੇ ਰਹਿਣਗੇ ਔਰ ਇਹਦੀ ਡਿਬੇਟ ਸੁਚਾਰੂ ਹੋਣੀ ਚਾਹੀਦੀ ਕਿ ਇੰਸਟੀਟਿਊਸ਼ਨ ਜਿਹੜੀਆਂ ਮਰ ਰਹੀਆਂ ਨੇ। ਜਦੋਂ ਸਾਡੇ ਕੰਟਰੀ 'ਚ ਅਸੀਂ ਗੱਲ ਕਰਦੇ ਆ ਨਾ ਕਿ ਸਾਡੀ ਡੈਮੋਕ੍ਰੇਸੀ ਗ੍ਰਾਫ ਨੀਚੇ ਕਿਉਂ ਜਾ ਰਿਹਾ, ਉਹ ਇੰਸਟੀਟਿਊਸ਼ਨ ਦੀਆਂ ਫੌੜੀਆਂ ਤੇ ਖੜਾ ਹੁੰਦਾ, ਉਹਦੇ ਪਾਵਿਆਂ ਤੇ ਖੜਾ ਹੁੰਦਾ। ਤੇ ਜਦ ਅਸੀਂ ਉਹ ਮਿਆਰੋਂ ਹੇਠਾਂ ਕਰ ਦਾਂਗੇ, ਸਾਡਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਮਿਆਰ, ਸਾਡੀ ਜੁਡੀਸ਼ਰੀ ਦਾ ਮਿਆਰ, ਸਾਡੇ ਡਿਫਰੈਂਟ ਟਾਈਪ ਦੀਆਂ ਹਿਊਮਨ ਰਾਈਟਸ ਬਾਡੀ ਦਾ ਸੰਸਥਾਵਾਂ ਨੇ ਉਹਦਾ ਮਿਆਰ, ਔਰ ਇਸੇ ਤਰ੍ਹਾਂ ਵਿਧਾਨ ਸਭਾ ਬਾਕੀ ਦੀਆਂ ਸੰਸਥਾਵਾਂ ਦਾ ਮਿਆਰ, ਜੇ ਉਹ ਮਿਆਰ ਨੀਚੇ ਚਲਾ ਜਾਏਗਾ ਤਾਂ ਆਨ ਦੀ ਹੋਲ ਡੈਮੋਕ੍ਰੇਸੀ ਤੇ ਕੁਐਸਚਨ ਮਾਰਕ ਲੱਗਦੇ ਨੇ। ਇਹ ਵੱਡਾ ਚਿੰਤਾ ਦਾ ਮੁੱਦਾ ਇਹ ਨਹੀਂ ਹੈ ਕਿ ਇੱਕ ਬੰਦੇ ਨੇ ਕੀ ਕਹਿਤਾ, ਇੱਕ ਚੀਫ ਮਿਨਿਸਟਰ ਨੇ ਕੀ ਕਹਿਤਾ ਜਾਂ ਇੱਕ ਹਾਊਸ ਨੇ ਇੱਕ ਵਾਰ ਕੀ ਕਰਤਾ। ਇਹ ਕੰਟੀਨਿਊਟੀ 'ਚ ਜਦੋਂ ਵਾਪਰਨ ਲੱਗ ਜਾਂਦਾ ਉਹਨੂੰ ਅਸੀਂ ਸਹਿਜ ਰੂਪ 'ਚ ਲੈਣਾ ਸ਼ੁਰੂ ਕਰ ਦਿੰਦੇ ਆ ਤੇ ਕਿਸੇ ਤੇ 117 ਚੋਂ ਕਾਂਗਰਸੀ ਵਾਕਆਊਟ ਕਰ ਗਏ, ਜਿੰਨੇ ਉੱਥੇ 92 ਬੈਠੇ ਨੇ ਇੱਕੋ ਪਾਰਟੀ ਦੇ ਵੀ ਬੈਠੇ ਹੋਣ, ਉਹ ਵੀ ਅਲੱਗ-ਅਲੱਗ ਬੰਦੇ ਜੰਮੇ ਹੋਏ ਨੇ, ਅਲੱਗ-ਅਲੱਗ ਗਰੋਥ ਹੈ, ਅਲੱਗ-ਅਲੱਗ ਬੰਦੇ ਹੋ ਤੁਸੀਂ, ਤੁਹਾਡਾ ਆਪਣਾ ਵਜੂਦ ਹੈ, ਹਿਸਟਰੀ 'ਚ ਤੁਸੀਂ ਵੀ ਉਵੇਂ ਹੀ ਗਿਣੇ ਜਾਓਗੇ। ਤੇ ਉਹ ਇਸੇ ਲੈਵਲ ਤੱਕ ਤਾਂ ਨਹੀਂ ਵੀ ਆਏ ਤੁਸੀਂ ਸੌਂਗੇ ਸਾਰੇ ਦੇ ਸਾਰੇ। ਇਸੇ ਕਰਕੇ ਪਾਰਟੀਆਂ ਜਾਂਦੀਆਂ ਨੇ, ਜਦੋਂ ਸੋਵੀਅਤ ਯੂਨੀਅਨ ਟੁੱਟਦਾ ਲੋਕ ਸਵਾਲ ਕਰਦੇ ਨੇ ਵੀ 1 ਕਰੋੜ ਦੀ ਪਾਰਟੀ ਸੀ ਯਾਰ, 1 ਕਰੋੜ ਦੀ ਮੈਂਬਰਸ਼ਿਪ ਵਾਲੀ ਕਿੱਧਰ ਚਲਾ ਗਿਆ 1 ਕਰੋੜ ਬੰਦਾ। ਉਹ ਐਵੇਂ ਹੀ ਜਾਂਦਾ 1 ਕਰੋੜ ਬੰਦਾ ਜਦੋਂ ਤੁਹਾਡੇ 'ਚ ਉਹ ਕੌਨਫੀਡੈਂਸ ਖੜ ਕੇ ਕਾਊਂਟਰ ਕਰਨ ਦਾ ਨਹੀਂ ਰਹਿੰਦਾ। ਔਰ ਜਦੋਂ ਅਸੀਂ ਪੁਰਾਣੀ ਲੀਡਰਾਂ ਦੀ ਗੱਲ ਕਰਦੇ ਹਾਂ ਕਿ ਪਾਰਲੀਮੈਂਟ 'ਚ ਖੜ ਕੇ ਕਿਸੇ ਨੂੰ ਚੈਲੰਜ ਕਰਨ ਦਾ ਜਿਹੜਾ ਇੱਕ ਰੁਤਬਾ ਹੁੰਦਾ ਹੈ, ਪੁਰਾਣੇ ਲੀਡਰ ਉਹਨੂੰ ਭਾ ਦਿੰਦੇ ਸੀ ਵੀ ਇਹ ਬੰਦੇ ਚਾਹੀਦੇ ਨੇ ਇਹੋ ਜਿਹੇ ਜਿਹੜੇ ਮੈਨੂੰ ਸਰਤਕਾਰੇ ਰੱਖਣ। ਕੇਵਲ ਤਾੜੀ ਮਾਰਨ ਵਾਲੇ ਬੰਦੇ ਬਾਹਰਲੇ ਇਕੱਠਾਂ 'ਚ ਹੁੰਦੇ ਨੇ, ਬਹੁਤ ਵਾਰੀ ਤਾੜੀ ਮਾਰਨ ਵਾਲੇ ਬੰਦੇ ਨਹੀਂ ਚਾਹੀਦੇ, ਮੇਜ਼ ਥਪਥ ਪਾਉਣ ਵਾਲੇ ਨਹੀਂ। ਥਪਥ ਪਾਓ ਜਿੱਥੇ ਚੰਗੀ ਗੱਲ ਹੋ ਰਹੀ ਹੈ, ਪਰ ਇਹ ਸਾਰੀ ਵਿਧਾਨ ਸਭਾ ਦੇ ਅੰਦਰ ਜੋ ਵੀ ਸੱਜਣ ਉਦੋਂ ਮੌਜੂਦ ਸੀ, ਕੇਵਲ ਇਹ ਇੱਕ ਇਕੱਲੇ ਮੈਨੂੰ ਲੱਗਦਾ ਅਕਾਲੀ ਦਲ ਦੇ 2 ਮੈਂਬਰ ਤਾਂ ਹੈਗੇ ਹੀ ਸੀ। 92 ਦੇ ਵਿੱਚੋਂ ਜਿੰਨੇ ਬੈਠੇ ਸੀ ਉਹਨਾਂ ਨੂੰ ਵੀ ਸਿੱਖੀ ਬਾਰੇ ਪਤਾ ਹੋਊ, ਉਹਨਾਂ ਨੂੰ ਵੀ ਕਲਚਰਲ ਮਿਆਰ ਪੰਜਾਬ ਦੇ ਪਤਾ ਹੀ ਹੈ, ਬਾਕੀ ਚੀਜ਼ਾਂ ਪਤਾ ਹੀ ਹੈ। ਜਾਂ ਉਹ ਜੇ ਮਿਆਰ ਨਹੀਂ ਪਤਾ ਤਾਂ ਉਹ ਲਾਇਕ ਕਿਵੇਂ ਨੇ ਉੱਥੇ ਬੈਠਣ ਦੇ? ਜੇਕਰ ਲਾਇਕ ਨੇ, ਉਹਨਾਂ ਨੂੰ ਪਤਾ ਹੈ, ਉਹ ਕਿਸੇ ਡਰ ਦੇ ਮਾਰੇ ਚੁੱਪ ਨੇ, ਤਾਂ ਵੀ ਉਹ ਡੇਅਰਨੈਸ ਦਾ ਜੇ ਪ੍ਰਗਟਾਵਾ ਨਹੀਂ ਕਰ ਰਹੇ ਤਾਂ ਵੀ ਲੱਖਾਂ ਲੋਕਾਂ ਦੇ ਨੁਮਾਇੰਦਗੀ ਕਰਨ ਦੀ ਸਵਾਲ ਖੜੇ ਹੁੰਦੇ ਨੇ ਕਿ ਕਿਵੇਂ ਕਰ ਰਹੇ ਹੋ ਤੁਸੀਂ ਉਸ ਮਾਮਲੇ ਦੇ ਉੱਤੇ। ਇਹ ਸਾਰੇ ਸਵਾਲ ਮੇਰੇ ਖਿਆਲ ਨਾਲ ਓਵਰਆਲ ਡੈਮੋਕ੍ਰੇਸੀ ਨਾਲ
ਜੁੜੇ ਹੋਏ ਨੇ, ਜਿਹਦੀ ਡਿਬੇਟ ਪੰਜਾਬ 'ਚ ਦੇਸ਼ 'ਚ ਸਾਰੇ ਕਿਤੇ ਚੱਲਣੀ ਚਾਹੀਦੀ ਹੈ। ਔਰ ਇਹ ਇਕੱਲੇ ਇੱਥੇ ਅਮਰੀਕਾ ਪ੍ਰਧਾਨ ਮੰਤਰੀ ਗਏ ਹੋਏ ਨੇ, ਤੁਸੀਂ ਦੇਖੋ ਬਾਹਰ ਜਿਹੜੇ ਵੀ ਟਰੱਕ ਲਾ ਕੇ ਜੋ ਲਿਖਿਆ ਹੋਇਆ ਕੰਟਰੀ ਬਾਰੇ, ਤੇ ਉੱਥੇ ਤੱਕ ਲਿਜਾਣ ਦਿੰਦੇ ਨੇ ਉਹ ਜਮਾ, ਜਿੱਥੇ ਮੀਟਿੰਗ ਹੋ ਰਹੀ ਹੈ ਲਾ ਲਓ ਟਰੱਕ, ਇਹ ਸਾਰੀਆਂ ਚੀਜ਼ਾਂ ਜੋ ਤੁਹਾਡੇ ਆਏਗੀਆਂ ਨੇ। ਇਹ ਡੈਮੋਕ੍ਰੇਸੀ ਦਾ ਇੱਕ ਨਮੂਨਾ ਹੁੰਦਾ ਵੀ ਤੁਸੀਂ ਪੈਰਲਲ ਵੀ ਆਪਣੀ ਗੱਲ ਇਹ ਕਹਿ ਸਕਦੇ ਹੋ, ਇੱਥੇ ਕੋਈ ਮੁਕੱਦਮਾ ਦਰਜ ਨਹੀਂ ਹੋਏਗਾ ਇਹ ਗੱਲਾਂ ਕਰਨ ਦੇ ਬਾਰੇ। ਸਾਨੂੰ ਵੀ ਥੋੜਾ ਜਿਹਾ, ਤਾਂ ਹਾਲਾਂਕਿ ਉਹ ਰੋਲ ਮਾਡਲ ਨਹੀਂ ਹੈ ਕੋਈ, ਪਰ ਸਾਨੂੰ ਥੋੜਾ ਜਿਹਾ ਤਾਂ ਸਿੱਖਣਾ ਹੀ ਪਊਗਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾ ਕੇ। ਤੁਸੀਂ 92 ਦਾ ਜ਼ਿਕਰ ਕਰ ਰਹੇ ਹੋ, ਕੁਲਦੀਪ ਸਿੰਘ ਧਾਲੀਵਾਲ ਨੇ ਤੇ ਕਿਹਾ ਸੀ ਅਸੀਂ ਸਿੱਖ ਹਾਂ, ਅਸੀਂ ਵੀ ਸਿੱਖ ਹਾਂ, ਸੋ ਸਾਨੂੰ ਪਤਾ ਹੈ। ਉਹ ਉੱਥੇ ਉਹਨਾਂ ਨੇ ਬਹੁਤ ਦਾਅਵੇ ਨਾਲ ਇਹ ਗੱਲ ਕਹੀ ਸੀ। ਤੇ ਫਿਰ ਕੁਝ ਚੀਜ਼ਾਂ ਇਹ ਵੀ ਡਿਮਾਂਡ ਹੁੰਦੀਆਂ, ਸਮੇਂ ਦੀ ਡਿਮਾਂਡ ਹੁੰਦੀ ਹੈ ਕਿ ਤੁਸੀਂ ਉੱਥੇ ਕਿਤੇ ਕੋਈ ਗਲਤ ਹੋ ਰਿਹਾ ਤੇ ਫਾਰ ਦਾ ਟਾਈਮ ਬੀਇੰਗ ਤੁਸੀਂ ਕਹਿ ਸਕਦੇ ਹੋ ਕਿ ਆ ਨਾ ਕਰੀਏ। ਚਲੋ ਇਹ ਵੀ ਇੱਕ ਪਹਿਲੂ ਆ। ਇਹਦੇ ਚ ਮੈਂ ਇੱਕੋ ਹੀ ਕਹਿਣਾ ਕਿ ਕੁਲਦੀਪ ਧਾਲੀਵਾਲ ਐਸਜੀਪੀਸੀ ਚ ਇਲੈਕਸ਼ਨ ਦੇ ਵਿੱਚ ਵੋਟ ਕਰਨ ਵਾਲੇ ਸਿੱਖ ਨਹੀਂ ਹੈ ਜੀ। ਅੱਜ ਦੀ ਜੋ ਪ੍ਰਭਾਸ਼ਾ ਹੈ ਸਿੱਖ ਦੀ, ਜੇ ਇਲੈਕਸ਼ਨ ਲੜਨੀ ਹੋਵੇ ਜਾਂ ਵੋਟ ਪਾਉਣੀ ਹੋਵੇ, ਉਸ ਦਾਇਰੇ ਦੇ ਨਹੀਂ ਹੈ ਹਜੇ ਤੁਸੀਂ ਭਾਈ ਸਾਹਿਬ, ਉਹਦੇ ਤੋਂ ਥੋੜਾ ਜਿਹਾ ਬਾਹਰ ਆਉਣਾ ਪਏਗਾ। ਤਾਂ ਇੱਥੇ ਥੋੜਾ ਜਿਹਾ ਮੈਂ ਡਿਫਰ ਕਰਦਾ ਹਾਂ। ਵੋਟ ਤਾਂ ਆਪਣੀ ਬਣਵਾਉਣੀ ਪੈਂਦੀ ਹੈ, ਉਹ ਘਰ ਆ ਕੇ ਵੋਟ ਨਹੀਂ ਬਣਾਉਂਦੇ ਐਸਜੀਪੀਸੀ ਜੀ। ਮੇਰੀ ਵੀ ਵੋਟ ਨਹੀਂ ਹੈ, ਅੱਜ ਤੱਕ ਮੈਂ ਕਦੇ ਐਸਜੀਪੀਸੀ ਦੇ ਜਨਰਲ ਹਾਊਸ ਚ ਚੰਡੀਗੜ੍ਹ ਦੇ ਵਿੱਚ ਵੋਟ ਨਹੀਂ ਪਾਈ। ਇਹ ਇਸ਼ੂ ਇਹ ਨਹੀਂ ਹੈ ਕਿ ਵੋਟਰ ਹੈ, ਉਹ ਵੋਟਰ ਹੈ ਕਿ ਨਹੀਂ, ਨਹੀਂ ਇਸ ਤਰ੍ਹਾਂ ਨਹੀਂ। ਉਹ ਵੋਟ ਨਹੀਂ, ਮੈਂ ਇਹ ਨਹੀਂ ਕਹਿ ਰਿਹਾ ਜੀ ਕਿ ਉਹ ਕਿਉਂ ਨਹੀਂ ਪਏ, ਜਾਂ ਮੈਂ ਕਿ ਵੀ ਜਦੋਂ ਤੁਸੀਂ ਅੰਮ੍ਰਿਤਧਾਰੀ ਦਾ ਇੱਕ ਕੰਡੀਸ਼ਨ ਲਾਉਂਦੇ ਹੋ ਕਿ ਆਹੀ ਸਿੱਖ ਹੈ, ਸਹਿਜਧਾਰੀ ਨਹੀਂ ਪਾ ਸਕਦਾ, ਮੈਂ ਉਸ ਗਲਤ ਨਹੀਂ ਸਰਦਾਰ ਹਰਮੀਤ ਸਿੰਘ ਜੀ, ਸਹਿਜਧਾਰੀ ਦੀ ਪਰਿਭਾਸ਼ਾ ਦੇ ਵਿੱਚ ਦਾੜੀ ਕੱਟਣ ਵਾਲਾ ਜਾਂ ਬਾਕੀ ਉਹ ਨਹੀਂ ਆਉਂਦੇ। ਸਹਿਜਧਾਰੀ ਜਿਹੜੇ ਲੋਕ, ਗੱਲ ਹੈ, ਹਾਂਜੀ ਪਤਤ ਤਾਂ ਹੈ ਵਿੱਚ ਉਹਦੇ, ਉਹ ਪਤਿਤ ਹੋਰ ਹੈ, ਨਹੀਂ ਪਤਿਤ ਹੋਰ ਹੈ, ਸਹਿਜਧਾਰੀ ਹੋਰ ਹੈ, ਦੋਵਾਂ ਦਾ ਡਿਫਰੈਂਸ਼ੀਏਟ ਕੀਤਾ ਗਿਆ ਉਹਨੂੰ। ਇਹ ਵੱਖਰੀ ਡਿਬੇਟ ਆਪਾਂ ਇਹਦੇ ਚ ਜ਼ਰੂਰ ਚਲੇ ਜਾਵਾਂਗੇ। ਮੈਨੂੰ ਲੱਗਦਾ ਇਹ ਵੀ ਸਮਾਂ ਇਹਦੇ ਬਾਰੇ ਫੈਸਲਾ ਸੁਪਰੀਮ ਕੋਰਟ ਦੇ ਵਿੱਚ ਹੋ ਚੁੱਕਿਆ ਜੀ। ਮੈਂ ਅੱਗੇ ਜਾਣਾ ਚਾਹੂੰਗਾ। ਵੈਸੇ ਤਾਂ ਸਰਦਾਰ ਹਰਮੀਤ ਸਿੰਘ ਨੇ ਉਹ ਸਵਾਲ ਬੜਾ ਸੋਹਣਾ ਉਠਾਇਆ ਪ੍ਰਿਵਿਲੇਜ ਵਾਲਾ, ਕਿ ਫਿਰ ਤਾਂ ਇਹਨਾਂ ਸਾਰਿਆਂ ਦੇ ਜਿੰਨੇ ਅਖਤਿਆਰਾਤ ਨੇ, ਜਿਹੜੀ ਇਮਿਊਨਿਟੀ ਹੈ, ਇਹ ਮੁਕਾ ਦੇਣੀ ਚਾਹੀਦੀ ਹੈ। ਪਰ ਮੈਨੂੰ ਸਰਦਾਰ ਹਰਮੀਤ ਸਿੰਘ ਜੀ ਇੰਝ ਲੱਗਦਾ ਹੈ ਵੀ ਇਹੋ ਜਿਹੇ ਮਾਮਲਿਆਂ 'ਚ ਇੰਨੇ ਕੁ ਇਕੱਠੇ ਨੇ, ਪਾਰਟੀਆਂ ਤੋਂ ਉੱਪਰ ਉੱਠ ਕੇ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਪਣੇ ਅਧਿਕਾਰਾਂ ਲਈ ਖੜੇ ਨੇ। ਪੈਨਸ਼ਨ ਦੇ ਵਾਧੇ ਦਾ ਮਾਮਲਾ ਹੋਵੇ, ਤਨਖਾਹਾਂ ਦੇ ਵਾਧੇ ਦਾ ਮਾਮਲਾ ਹੋਵੇ, ਚੂੰ ਨਹੀਂ ਕਰਦੇ ਇੱਕ ਜਗ੍ਹਾ ਬੈਠ ਕੇ, ਔਰ ਜਿੰਨੇ ਹੋਰ 10-20% ਅਖਤਿਆਰ ਦੇਣੇ ਹੋਣ ਉਹ ਵੀ ਦੇ ਲਓ। ਉੱਥੇ ਇਹਨਾਂ ਨੇ ਇਕੱਠੇ ਕਦੀ ਨਹੀਂ ਹੋਣਾ ਵੀ ਆਹ ਨਹੀਂ ਹੋਣਾ ਚਾਹੀਦਾ। ਖੈਰ, ਮੈਂ ਸਰਦਾਰ ਜਗਤਾਰ ਸਿੰਘ ਹੁਣੀ ਇਤਿਹਾਸ ਲਿਖਦੇ ਆ, ਤੇ ਜਦੋਂ ਇਹ ਵੱਖ-ਵੱਖ ਮੌਕਿਆਂ ਦੇ ਉੱਤੇ ਲਿਖੀਆਂ ਗਈਆਂ ਕੋਟੇਸ਼ਨਸ ਨੂੰ ਕੋਟ ਕਰਦੇ ਆ, ਤਾਂ ਇਹ ਵੀ ਵਾਕਿਆ ਹੀ ਰਹਿਣ ਦੇਣਾ ਚਾਹੀਦਾ। ਸਰਦਾਰ ਹਰਮੀਤ ਸਿੰਘ ਉਹਨਾਂ ਦੀ ਗੱਲ ਠੀਕ ਹੈ ਕਿ ਜਦੋਂ ਭਵਿੱਖ ਦੇ ਵਿੱਚ ਬੱਚੇ ਪੜ੍ਹਨਗੇ, ਸਕਾਲਰ ਸਰਚ ਕਰਨਗੇ, ਇਹਨੂੰ ਰੈਫਰ ਕਰਨਗੇ, ਤਾਂ ਘੱਟੋ ਘੱਟ ਪਤਾ ਤੇ ਲੱਗੂ ਕਿ ਕਿਹੜਾ ਹਾਊਸ ਤੇ ਉਹਦੇ ਵਿੱਚ ਕਿਹੜੇ ਲੀਡਰ ਕਿਹੋ ਜਿਹੇ ਮਿਆਰ ਦੇ ਸੀ। ਗੱਲ ਠੀਕ ਹੈ। ਸਰਦਾਰ ਜਗਤਾਰ ਸਿੰਘ ਜੀ, ਮੈਂ ਇੱਕ ਸਵਾਲ ਇੱਥੇ ਖੜਾ ਕਰਕੇ ਤੇ ਮੈਂ ਚਾਹੂੰਗਾ ਕਿ ਆਪਾਂ ਨੂੰ ਛੇਤੀ ਐਡਰੈਸ ਕਰ ਲਈਏ, ਫਿਰ ਅੱਗੇ ਚੱਲਦੇ ਹਾਂ, ਕਿ 26 ਤਰੀਕ ਨੂੰ ਹਾਊਸ ਦੇ ਵਿੱਚ ਕਿਹੜੇ ਅਹਿਮ ਫੈਸਲੇ ਹੋ ਸਕਦੇ ਆ ਗੁਰਬਾਣੀ ਪ੍ਰਸਾਰ ਨੂੰ ਲੈ ਕੇ। ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ, ਜਿਸ ਤਰ੍ਹਾਂ ਦੇ ਇਸ਼ਾਰੇ ਆ ਰਹੇ ਆ, ਜਿਸ ਤਰੀਕੇ ਨਾਲ ਅਕਾਲੀ ਦਲ ਦੇ ਇੱਕ ਪ੍ਰੈਸ ਕਾਨਫਰੰਸ ਮੈਂ ਹੁਣੇ ਵੀ ਸੁਣ ਰਿਹਾ ਸੀਗਾ, ਇਹਨੂੰ ਲੈ ਕੇ ਤੁਸੀਂ ਕਿਵੇਂ ਦੇਖ ਕੀ ਰਹੇ ਹੋ? ਕਿਸ ਤਰ੍ਹਾਂ ਦੇ ਫੈਸਲੇ ਹੋਣ ਜਾ ਰਹੇ? ਮੈਂ ਪਹਿਲੇ ਦਿਨ ਇਹ ਗੱਲ ਕੀਤੀ ਸੀ ਕਿ ਜਿਹੜੇ ਪਰਿਵਾਰ ਦੇ ਕਮਰਸ਼ੀਅਲ ਇੰਟਰਸਟ ਹੈ, ਉਹ ਪੰਥਕ ਇੰਟਰਸਟ ਨਹੀਂ ਹੈ। ਅਕਾਲੀ ਦਲ ਹੁਣ ਵੀ ਉੱਥੇ ਹੀ ਖੜਾ ਹੈ, ਤੇ ਉਹ ਪਰਿਵਾਰ ਦੇ ਜਿਹੜੇ ਕਮਰਸ਼ੀਅਲ ਇੰਟਰਸਟ ਹੈਗੇ ਉਹਨਾਂ ਨੂੰ ਡਿਫੈਂਡ ਕਰ ਰਿਹਾ ਲਗਾਤਾਰ ਹੀ। ਇੱਥੇ ਸਾਰੀ ਗੜਬੜ ਹੋਈ ਵੀ ਹੈ। ਜੇ ਪਰਿਵਾਰ, ਮੈਂ ਪਹਿਲੇ ਦਿਨ ਵੀ ਕਿਹਾ ਸੀ, ਜੇ ਅਨਾਉਂਸਮੈਂਟ ਕਰ ਦਿੰਦੇ ਕਿ ਅਸੀਂ ਆਪਣੇ ਆਪ ਨੂੰ ਇਸ ਲਾਈਵ ਟੈਲੀਕਾਸਟ ਚੋਂ ਬਾਹਰ ਕੱਢਦੇ ਹਾਂ, ਇਹ ਕ੍ਰਾਈਸਿਸ ਨਹੀਂ ਸੀ ਆਉਂਦੀ। ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨਾਉਂਸਮੈਂਟ ਕਰ ਦਿੰਦੇ ਕਿ ਅਸੀਂ ਆਪਣੇ ਚੈਨਲ ਲਾਂਚ ਕਰ ਰਹੇ ਹਾਂ ਤੇ ਅਸੀਂ ਸਿਗਨਲ ਡਿਸਟ੍ਰੀਬਿਊਟ ਕਰਾਂਗੇ, ਫਿਰ ਵੀ ਇਹ ਕ੍ਰਾਈਸਿਸ ਅਵਰਟ ਹੋ ਸਕਦੀ ਸੀ। ਜੇ ਪੰਜਾਬ ਸਰਕਾਰ ਨੇ ਬੱਜਰ ਗਲਤੀ ਕੀਤੀ ਹੈ ਤੇ ਇਹਨਾਂ ਨੇ ਇਹਨੂੰ ਅਵਰਟ ਕਰਨ ਦੇ ਵਿੱਚ ਪ੍ਰੀਐਮਪਟਿਵ ਕੋਈ ਅਨਾਉਂਸਮੈਂਟ ਨਹੀਂ ਕੀਤੀ। ਪਤਾ ਸੀ, ਉਹਨਾਂ ਨੇ ਅਨਾਉਂਸਮੈਂਟ ਕਰਤੀ ਸੀ 2 ਦਿਨ ਪਹਿਲਾਂ ਕਿ ਅਸੀਂ ਇਹ ਲਿਆ ਰਹੇ, ਸੋ ਇਮੀਡੀਏਟ ਐਕਸ਼ਨ ਬਣਦਾ ਸੀਗਾ। ਪਰਿਵਾਰ ਅਨਾਉਂਸ ਕਰਦਾ। ਸਾਰੇ ਬੜੇ ਸਾਲਾਂ ਤੋਂ ਰੌਲਾ ਪੈ ਰਿਹਾ ਕਿ ਇਹ ਜਿਹੜੇ ਮੋਨੋਪੋਲੀ ਰਾਈਟਸ ਹੈ ਪਰਿਵਾਰ ਕੋਲੇ ਨਹੀਂ ਹੋਣੇ ਚਾਹੀਦੇ। ਇਹ ਕੋਈ ਅੱਜ ਦੀ ਡਿਬੇਟ ਨਹੀਂ ਹੈ, ਇਸੇ ਕਰਕੇ ਪੰਜਾਬ ਸਰਕਾਰ ਨੇ ਇਹ ਐਕਸ਼ਨ ਲਿਆ। ਸੋ ਇਸ ਕਰਕੇ ਇਹ ਜਿਹੜੀ ਗੱਲ ਆਪਾਂ ਹੁਣ ਕਰ ਰਹੇ ਹਾਂ ਕਿ 26 ਤਰੀਕ ਨੂੰ ਹਾਊਸ ਦੇ ਵਿੱਚ ਕੀ ਆਏਗਾ, ਕਿ 26 ਤਰੀਕ ਨੂੰ SGPC ਪਰਿਵਾਰ ਦੇ ਕਮਰਸ਼ੀਅਲ ਇੰਟਰਸਟ ਪ੍ਰੋਟੈਕਟ ਕਰੇਗੀ,
ਜਾਂ ਇਹ ਅਨਾਉਂਸਮੈਂਟ ਕੀਤੀ ਜਾਏਗੀ ਕਿ ਅਸੀਂ ਆਪਣੀ ਚੈਨਲ ਲਾਂਚ ਕਰਾਂਗੇ। ਇਹ ਤਾਂ ਪ੍ਰੋਮਿਸ ਸ਼੍ਰੋਮਣੀ ਅਕਾਲੀ ਦਲ ਦਾ 2004 ਦੇ ਮੈਨੀਫੈਸਟੋ ਦਾ ਹੈਗਾ। ਭਾਈ ਤੁਸੀਂ ਆਪਣਾ ਮੈਨੀਫੈਸਟੋ ਤਾਂ ਇੰਪਲੀਮੈਂਟ ਕਰ ਲਓ ਨਾ। ਆਪਾਂ ਇਹ ਮੰਨ ਕੇ ਤੁਰੇ ਆ ਕਿ ਪੰਜਾਬ ਸਰਕਾਰ ਨੇ ਬਿਲਕੁਲ ਗਲਤ ਕੀਤਾ ਹੈ ਜਿਹੜਾ ਇਹ ਅਮੈਂਡਮੈਂਟ ਲੈਂਦੀ ਹੈ, ਲੇਕਿਨ ਇਹ ਸਾਰੀ ਸਮੱਸਿਆ ਹੈ ਕਿੱਥੇ? ਮੈਂ ਇੱਕ ਡਿਬੇਟ ਸੁਣ ਰਿਹਾ ਸੀਗਾ, ਕਹਿੰਦੇ ਜੀ ਬਾਕੀ ਚੈਨਲਸ ਜਿਹੜੀਆਂ ਕਰਦੀਆਂ ਗੁਰਦੁਆਰਾ ਸੀਸ ਗੰਜ ਤੇ ਬੰਗਲਾ ਸਾਹਿਬ ਤੇ ਹੇਮਕੁੰਟ ਉਹ ਪੈਸੇ ਲੈਂਦੀਆਂ, ਤੁਸੀਂ ਦਰਬਾਰ ਸਾਹਿਬ ਦੀ ਟੈਲੀਕਾਸਟ ਨੂੰ ਉਹਨਾਂ ਨਾਲ ਕੰਪੇਅਰ ਕਰ ਰਹੇ ਹੋ। ਤੁਸੀਂ ਹੁਣ ਪੀਟੀਸੀ ਕੋਲੇ ਮੇਰੇ ਖਿਆਲ ਮੈਂ ਇਹ ਵੀ ਸੁਣਿਆ ਸੀ ਕਿ ਹੋਰ ਵੀ ਟੈਲੀਕਾਸਟ ਫ੍ਰੀ ਹੈਗੀ ਹੈ, ਤੁਸੀਂ ਕਰੀ ਜਾਓ, ਹੋ ਨਾ ਦਰਬਾਰ ਸਾਹਿਬ ਦੇ ਛੱਡ ਦਿਓ। ਜੇ ਕੱਲ ਨੂੰ ਕੋਈ ਚੈਨਲ ਫੇਲ ਹੁੰਦੀ ਹੈ ਜਿਹੜੀ ਕੋਈ ਹੋਰ ਇਸ ਟੈਲੀਕਾਸਟ ਨੂੰ ਲੈਂਦੀ ਹੈ ਤੇ ਫਿਰ ਭਾਵੇਂ ਪੀਟੀਸੀ ਕੋਲ ਹੀ ਆਕਰ ਚਲੀ ਜਾਵੇ, ਇਹ ਸਾਰੀ ਕੰਟਰੋਵਰਸੀ ਤਾਂ ਖਤਮ ਹੋ ਜਾਏਗੀ ਨਾ ਘੱਟੋ ਘੱਟ। ਸੋ ਇਹਦੇ ਗੱਲ ਫ੍ਰੀ ਦੀ ਨਹੀਂ ਹੈ, ਕਮਰਸ਼ੀਅਲ ਇੰਟਰਸਟ ਬਹੁਤ ਵੱਡੇ ਇਨਵੋਲਵ ਹੈਗੇ ਹੈ। ਸੋ ਇਸ ਕਰਕੇ 26 ਦੀ ਮੀਟਿੰਗ ਦੇ ਵਿੱਚ ਐਸਜੀਪੀਸੀ ਨੂੰ ਇਹ ਇੱਕ ਫੈਸਲਾ ਕੰਕਰੀਟ ਲੈਣਾ ਪਏਗਾ। ਗੱਲ ਸਿਰਫ ਪੰਜਾਬ ਸਰਕਾਰ ਦੇ ਐਕਟ ਨੂੰ ਕ੍ਰਿਟਿਸਾਈਜ਼ ਕਰਨ ਦੀ ਜਾਂ ਕੋਈ ਐਕਸ਼ਨ ਪ੍ਰੋਗਰਾਮ ਦੇਣ ਦੀ ਨਹੀਂ ਹੈ। ਮੈਂ ਹੈਰਾਨ ਹੈ ਜੇ ਸਰਕਾਰ ਨੇ, ਅੱਜ ਮੈਂ ਇੱਕ ਲੀਡਰ ਨੂੰ ਸੁਣ ਰਿਹਾ ਸੀ ਇਹਨਾਂ ਦੇ ਨੂੰ ਕਿਸੇ ਟੀਵੀ ਤੇ, ਉਹ ਕਹਿ ਰਿਹਾ ਸੀ ਜੀ ਇਹ ਬਲੂਸਟਾਰ ਤੋਂ ਵੱਡਾ ਅਟੈਕ ਹੈ। ਜਦੋਂ ਹਰਿਆਣੇ ਦੇ ਐਸਜੀ ਆਪਣੀ ਕਮੇਟੀ ਬਣੀ ਹੈ ਤੇ ਸੁਪਰੀਮ ਕੋਰਟ ਦੀ ਵਰਡਿਕਟ ਆਈ ਹੈ, ਉਦੋਂ ਵੀ ਐਸਜੀਪੀਸੀ ਨੇ ਕਿਹਾ ਸੀ ਜੀ ਇਹ ਬਲੂਸਟਾਰ ਤੋਂ ਵੱਡਾ ਐਕਸ਼ਨ ਹੈ। ਹਰ ਐਕਸ਼ਨ ਜਿਹੜਾ ਇਹਨਾਂ ਦੇ ਖਿਲਾਫ ਹੈ ਕਿ ਉਹ ਬਲੂਸਟਾਰ ਤੋਂ ਵੱਡਾ ਹੈ। ਬਲੂਸਟਾਰ ਨੂੰ ਮਤਲਬ ਤੁਸੀਂ ਇੰਨਾ ਮਿਨੀਮਾਈਜ਼ ਕਰਤਾ ਕਿ ਅੱਜ ਹੁਣ ਤੁਸੀਂ ਕਹਿ ਰਹੇ ਹੋ ਕਿ ਇਹ ਜਿਹੜਾ ਅਮੈਂਡਮੈਂਟ ਹੈ ਇਹ ਬਲੂਸਟਾਰ ਤੋਂ ਵੱਡਾ ਐਕਸ਼ਨ ਹੈ। ਬੜੀ ਹੈਰਾਨੀ ਵਾਲੀ ਗੱਲ ਹੈ ਵੀ ਤੁਹਾਡੇ ਜਿਹੜੇ ਪਰਸਨਲ ਇੰਟਰਸਟ ਹੈਗੇ ਸਾਰੇ ਤੁਸੀਂ ਉਹ ਲਿਆ ਕੇ ਬਲੂ ਸਟਾਰ ਦੇ ਵਿੱਚ ਖਤਮ ਕਰਤੇ। ਬਲੂ ਸਟਾਰ ਹੀ ਖਤਮ ਕਰਤਾ ਉਹਦੇ ਵਿੱਚ, ਉਹ ਵੱਡਾ ਇਸ਼ੂ ਹੈ। ਸੋ ਇਹਨਾਂ ਨੂੰ ਇਹ ਸਾਰਾ ਕੁਝ ਸੋਚ ਵਿਚਾਰ ਕਰਕੇ ਚੱਲਣਾ ਚਾਹੀਦਾ ਹੈ। ਕੀ ਕਾਰਨ ਹੈ ਕਿ ਇਹਨਾਂ ਦੀ ਪਾਰਟੀ ਦੀ ਹੁਣ ਤੱਕ ਮੀਟਿੰਗ ਹੀ ਨਹੀਂ ਹੋ ਸਕੀ? ਇਹ ਇਸ਼ੂ ਸਿਰਫ ਤੇ ਸਿਰਫ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦਾ ਨਹੀਂ ਹੈ। ਹੁਣ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਕੋਰ ਕਮੇਟੀ ਹੈ ਉਹਦੀ ਮੀਟਿੰਗ ਹੋ ਜਾਣੀ ਚਾਹੀਦੀ ਸੀ। ਇਸ਼ੂ ਇਹ ਨਹੀਂ ਹੈ ਸਦਾ ਪ੍ਰਕਾਸ਼ ਆਪਣੇ ਸੁਖਬੀਰ ਸਿੰਘ ਬਾਦਲ ਇਸ ਵੇਲੇ ਹਿੰਦੁਸਤਾਨ ਚੋਂ ਬਾਹਰ ਹੈ। ਜੇ ਉਹ ਬਾਹਰ ਹੈਗੇ ਇਹਦਾ ਮਤਲਬ ਕਿ ਬਾਕੀ ਸਾਰੀ ਪਾਰਟੀ ਜ਼ੀਰੋ ਹੋਈ ਵੀ ਹੈ, ਉਹਨਾਂ 'ਚ ਹਿੰਮਤ ਹੀ ਨਹੀਂ ਕੋਈ ਫੈਸਲਾ ਲੈਣ ਦੀ। ਹੁਣ ਤੱਕ ਕਾਲ ਦਿੱਤੀ ਹੁੰਦੀ ਕਿ ਜ਼ਿਲ੍ਹੇ ਘੇਰੇ ਹੁੰਦੇ ਸਾਰੇ, ਕਿ ਇਹਨਾਂ ਦੇ ਵਿੱਚ ਇਹਨਾਂ ਦਮ ਹੀ ਨਹੀਂ ਹੈ ਕੋਈ ਐਜੂਟੇਸ਼ਨ ਕਰਨ ਦਾ, ਤੇ ਇਹ ਦੇਖ ਰਹੇ ਐਸਜੀਪੀਸੀ ਵੱਲ। ਐਸਜੀਪੀਸੀ ਦਾ ਨਾਲ ਤਾਂ ਇਹ ਗੱਲ ਨਹੀਂ ਬਣਨੀ। ਸੋ ਬਰੋਡਰ ਇਸ਼ੂ ਹੈਗੇ ਆ। ਐਸਜੀਪੀਸੀ ਪਹਿਲਾਂ ਤਾਂ ਅਨਾਉਂਸਮੈਂਟ ਕਰੇ ਵੀ ਇਹ ਕਰਨਾ ਕੀ ਚਾਹੁੰਦੇ ਆ। ਜੇ ਇੰਟਰਸਟ ਹੀ ਡਿਫੈਂਡ ਕਰਨੀ ਹੈ ਫਿਰ ਗੱਲ ਵੱਖਰੀ ਹੈਗੀ ਹੈ, ਲੇਕਿਨ ਇਹ ਅਨਾਉਂਸਮੈਂਟ ਕਰਨ ਨਾਲ ਕਿ ਐਸਜੀਪੀਸੀ ਆਪਣਾ ਨਵਾਂ ਚੈਨਲ ਲਾਂਚ ਕਰੇਗੀ, ਉਹ ਚੈਨਲ ਬਾਕੀ ਸਭ ਨੂੰ ਆਪਣਾ ਸਿਗਨਲ ਡਿਸਟ੍ਰੀਬਿਊਟ ਕਰੇਗੀ। ਜੀ ਸਰਦਾਰ ਹਰਮੀਤ ਸਿੰਘ ਜੀ, ਮੈਂ ਇਹੀ ਸਵਾਲ ਤੁਹਾਡੇ ਵੱਲ ਵੀ ਰੱਖਣਾ ਚਾਹੁੰਦਾ ਕਿ ਇਸ ਵੇਲੇ ਜਦੋਂ ਜੇ ਪੀਟੀਸੀ ਇਹ ਤੋਂ ਪਾਸੇ ਹਟ ਜਾਂਦਾ, ਜਿਹਦੀ ਕਿ ਸੰਭਾਵਨਾ ਕਾਫੀ ਹੈ, ਵਿਰਸਾ ਸਿੰਘ ਵਲਟੋਆ ਅਕਸਰ ਜੋ ਬੋਲਦੇ ਆ ਉਹ ਅਕਾਲੀ ਦਲ ਦੇ ਪ੍ਰਧਾਨ ਦੇ ਲੀਹ ਤੇ ਹੀ ਚੱਲਦੇ ਹੁੰਦੇ ਆ, ਉਸ ਗੱਲ ਨੂੰ ਤਾਂ ਮੰਨ ਹੀ ਲਿਆ ਜਾਣਾ ਚਾਹੀਦਾ ਕਿ ਉਹਨਾਂ ਦਾ ਮਨ ਹੈ ਕਿ ਇਸ ਕੰਟਰੋਵਰਸੀ ਚੋਂ ਪਾਸੇ ਹਟਿਆ ਜਾਵੇ। ਪਰ ਸਭ ਤੋਂ ਵੱਡਾ ਇਹ ਵੀ ਸੰਕਟ ਹੈ ਕਿ ਇੱਕ ਨੂੰ ਵਾਪਸ਼ਾਂ ਕਰਕੇ ਹੋਰ ਕੀ ਨੂੰ ਅੱਗੇ ਕੀਤਾ ਜਾਵੇ। ਕੀ ਫਿਰ ਇਹ ਟੈਂਡਰ ਪ੍ਰਕਿਰਿਆ ਚੋਂ ਨਿਕਲ ਕੇ ਜਾਊਗਾ? ਇਹਦੇ ਵਿੱਚ ਬੋਲੀ ਲੱਗੂਗੀ, ਜਦੋਂ ਬੋਲੀ ਲੱਗੂਗੀ ਉਦੋਂ ਵਪਾਰੀਕਰਨ ਆਊਗਾ, ਜਦੋਂ ਪੈਸੇ ਲੈਣ ਦੀ ਗੱਲ ਆਊਗੀ ਉਦੋਂ ਗੁਰਬਾਣੀ ਵੇਚਣ ਦਾ ਰੌਲਾ ਪਾਊਗਾ। ਹੁਣ ਇੱਕ ਧਿਰ ਪਾਉਂਦੀ ਫਿਰ ਦੂਜੀ ਪਾਊ ਫਿਰ ਚੌਥੀ ਪਾਊ। ਸੋ ਮੋਟੇ ਤੌਰ ਤੇ ਇੰਝ ਲੱਗ ਰਿਹਾ ਕਿ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਖੋਲਣ ਦੀ ਪ੍ਰਕਿਰਿਆ ਜਨਰਲ ਹਾਊਸ ਦੀ ਪ੍ਰਵਾਨਗੀ ਨਾਲ ਅੱਗੇ ਵਧਾਏਗੀ, ਪਰ ਇਹਨੂੰ ਕਿੰਨਾ ਸਮਾਂ ਲੱਗੇਗਾ? ਇਸ ਪੀਰੀਅਡ ਦੇ ਵਿੱਚ ਕੀ ਹੋਰ ਹੋਣ ਵਾਲਾ ਹੈ? ਕਿ ਇਹ ਪ੍ਰਕਿਰਿਆ ਬਹੁਤ ਲੰਬੀ ਤਾਂ ਨਹੀਂ ਹੋ ਜਾਊਗੀ? ਨਹੀਂ, ਇਹ ਤਾਂ ਹੋਏਗਾ। ਇੱਕ ਤਾਂ ਜਿਹੜਾ ਟੈਂਡਰ ਦਾ ਰੂਟ ਹੈ, ਟੈਂਡਰ ਦਾ ਰੂਟ ਤਾਂ ਬੜੀ ਦੇਰ ਤੋਂ ਚਰਚਾ ਤੇ ਹੈ ਵੀ ਉਹ ਤਾਂ ਕਮਰਸ਼ੀਅਲ ਟਾਈਪ ਇੱਕ ਰੂਟ ਹੁੰਦਾ ਵੀ ਟੈਂਡਰ ਕਾਲ ਕਰ ਲਿਆ ਕਿਹਨੇ ਕੀ ਦੇਣਾ, ਉਹ ਤਾਂ ਰੂਟ ਹੀ ਨਹੀਂ ਬਣਦਾ। ਇਹ ਕਿ ਜਦੋਂ ਅਸੀਂ ਗੁਰਬਾਣੀ ਦੀ ਇਸ ਗੱਲ ਤੋਂ ਕਹਿੰਦੇ ਆ ਨਾ ਕਿ ਸਰ ਤੱਕ ਰੀਚ ਹੋਵੇ, ਫ੍ਰੀ ਹੋਵੇ, ਬਾਕੀ ਹੋਵੇ, ਤਾਂ ਟੈਂਡਰ ਵਾਲਾ ਰੂਟ ਤਾਂ ਆਪਦੇ ਆਪ ਚ ਨਹੀਂ ਹੈ। ਤੇ ਉਹਦਾ ਰੂਟ ਤਾਂ ਇੱਕੋ ਹੀ ਹੈ ਵੈਸੇ ਤਾਂ, ਜੇਕਰ ਚੱਲਦਾ ਹੋਵੇ ਇਸ ਲੈਵਲ ਦੇ ਉੱਤੇ ਕਿ ਸ਼੍ਰੋਮਣੀ ਕਮੇਟੀ ਦਾ ਆਪਣਾ ਚੈਨਲ ਹੋਵੇ
ਤੇ ਉਹ ਅੱਗੇ ਬਾਕੀਆਂ ਨੂੰ ਦੇਣ। ਮਤਲਬ ਰਸਤਾ ਤਾਂ ਹਜੇ ਤੱਕ ਇਹੀ ਨਜ਼ਰ ਆਉਂਦਾ, ਹੋਰ ਕਿਸੇ ਨੇ ਬਹੁਤ ਅਲਟਰਨੇਟਿਵ ਦਿੱਤਾ ਵੀ ਨਹੀਂ ਕਿ ਨਹੀਂ ਆਹ ਹੋ ਸਕਦਾ, ਆਹ ਹੋ ਸਕਦਾ, ਆਹ ਹੋ ਸਕਦਾ। ਔਰ ਉਹਦੇ ਲਈ ਕੋਈ ਬਹੁਤ ਬੜਾ ਔਖਾ ਕੰਮ ਨਹੀਂ ਹੈ ਵੈਸੇ ਤਾਂ, ਜੇਕਰ ਸ਼੍ਰੋਮਣੀ ਕਮੇਟੀ ਦਾ ਇੰਨਾ ਔਰਾ ਹੈ, ਜੇਕਰ ਅਕਾਲੀ ਦਲ ਦੇ ਵਿੱਚ ਵੀ ਹੈ। ਪੀਟੀਸੀ ਨੇ 11 ਸਾਲ ਹੁਣ ਬਹੁਤ ਕਰ ਲਿਆ, ਉਹੀ ਸਮਾਨ ਤੇ ਉਹੀ ਸਾਜੋ ਸਮਾਨ ਤੇ ਉਹੀ ਕਰਿੰਦੇ ਐਜੀਪੀਸੀ ਦੇ ਰੋਲ ਤੇ ਚਲੇ ਜਾਣ ਜਿਹੜੇ ਕੱਲੇ ਗੁਰਬਾਣੀ ਨਾਲ ਸੰਬੰਧਿਤ ਨੇ। ਬਾਕੀ ਪੀਟੀਸੀ ਆਪਦਾ ਚੱਲਦਾ ਰਿਹਾ ਜਿੱਥੇ ਚੱਲਦਾ, ਤਾਂ ਕੰਟੀਨਿਊਟੀ ਰੱਖਣ ਚ ਕੀ ਪ੍ਰੋਬਲਮ ਹੈ? ਘਰ ਦਾ ਹੀ ਗੱਲ ਹੈ ਨਾ ਅੰਦਰ ਖਾਤੇ, ਜੇਕਰ ਤੁਹਾਡੀ ਗੱਲ ਠੀਕ ਹੈ ਵੀ ਉਹੀ ਪੈਕੇਜ ਅੱਗੇ ਵਧਾ ਲੈ ਜਾਣ, ਉਹੀ ਬੰਦੇ ਲੈ ਲੈ ਜਾਣ, ਠੀਕ ਹੈ ਗੱਲ ਤੁਹਾਡੀ। ਹਾਂ, ਜੇ ਮੈਨੂੰ ਲੱਗਦਾ ਹੋਵੇ ਮਤਲਬ ਜੇਕਰ ਇਹ ਤਰੀਕਾ ਉਹ ਕਰਨਾ ਹੋਵੇ। ਬਾਕੀ ਇਹ ਹੈ ਵੀ ਨਹੀਂ ਤਾਂ ਫਿਰ ਐਜੀਪੀਸੀ ਕਦ ਚੈਨਲ ਖੋਲੇ, ਕਿੰਨਾ ਕੁ ਟਾਈਮ ਲੱਗਣਾ ਉਹਦੇ ਤੇ, ਇਹ ਤਾਂ ਹੁਣ ਟੈਕਨੀਕਲੀ ਓਵਰਆਲ ਸੋਚਣਾ ਪਏਗਾ ਸਾਰਿਆਂ ਨੂੰ ਵੀ। ਉਹਦੇ ਲਈ ਉਹ ਬੰਦੇ ਚਾਹੀਦੇ ਨੇ, ਉਹਦੇ ਲਈ ਜੋ ਇਕਵਿਪਮੈਂਟਸ ਚਾਹੀਦੇ ਨੇ, ਜੋ ਬਾਕੀ ਦੀਆਂ ਚੀਜ਼ਾਂ ਨੇ, ਉਹਦੀ ਫਿਟਿੰਗ, ਉਹਦੀ ਬਾਕੀ ਚੀਜ਼ਾਂ, ਤੇ ਅੱਗੇ ਦੁਨੀਆ ਦੇ ਵਿੱਚ ਇਹ ਦੱਸਣਾ ਵੀ ਆਹ ਤਰੀਕਾ ਹੈ ਭਾਈ, ਇਹਦੇ ਤੋਂ ਤੁਸੀਂ ਕਰ ਲਿਆ ਕਰੋ ਜਾਂ ਜਿਸ ਤਰੀਕੇ ਨਾਲ। ਔਰ ਅਜੇ ਤੱਕ ਮੈਨੂੰ ਲੱਗਦਾ ਨਹੀਂ ਸੀ ਕਿ ਮਾਈਂਡ ਅਪਲਾਈ ਕੀਤਾ ਹੈ ਜੀਪੀਸੀ ਨੇ। 26 ਤੱਕ ਕਰ ਲਏ। ਜਦੋਂ ਧਾਮੀ ਸਾਹਿਬ ਪਰਸੋਂ ਆਏ ਸੀ ਇੱਥੇ, ਜਦੋਂ ਉਹਨਾਂ ਤੋਂ ਦੱਸਿਆ ਕਿ ਅਸੀਂ 2-3 ਤਰੀਕੇ ਸੋਚ ਰਹੇ ਹਾਂ, ਹਜੇ ਦੇਖ ਰਹੇ ਹਾਂ, ਹਜੇ ਗੱਲ ਕਰ ਰਹੇ ਹਾਂ, ਹਜੇ ਤੱਕ ਕੋਈ ਮੈਨੂੰ ਲੱਗਦਾ ਕਲੈਰਿਟੀ ਨਹੀਂ ਹੈ। ਫਿਲਹਾਲ ਥੋੜਾ ਜਿਹਾ 26 ਵਾਲੇ ਚ ਇੰਨਾ ਤਾਂ ਠੀਕ ਹੈ, ਸਿਧਾਂਤਕ ਅਪਰੂਵਲ ਜੇ ਹੋ ਜਾਏਗੀ ਵੀ ਚੈਨਲ ਆਪਾਂ ਚਲਾ ਰਹੇ ਹਾਂ ਜਾਂ ਬਾਕੀ ਦੀਆਂ ਚੀਜ਼ਾਂ ਨੇ, ਇਹੋ ਜਿਹਾ ਸੰਭਵ ਹੈ, ਹੋ ਸਕਦਾ। ਦੂਜੇ ਹੋਰ 2-4 ਮਤੇ ਹੋ ਜਾਣਗੇ ਜਿਸ ਢੰਗ ਨਾਲ ਸਰਕਾਰ ਨੇ ਕੀਤਾ, ਆਫੀਸ਼ੀਅਲ ਮਤੇ ਜਿਵੇਂ ਪਹਿਲਾਂ ਪੈਂਦੇ ਹੀ ਨੇ ਕਿ ਸਿੱਖ ਧਰਮ ਦੇ ਵਿੱਚ ਦਖਲ ਦੇ ਜਿਹੜੇ ਚਾਲਾਂ ਨੇ ਜਾਂ ਜੋ ਵੀ ਚੀਜ਼ਾਂ ਹੋ ਰਹੀਆਂ ਨੇ ਉਹਦੇ ਖਿਲਾਫ ਹੋ ਜਾਣਗੇ। ਪਰ ਨਾਲ ਦੀ ਨਾਲ ਇਹ ਜ਼ਰੂਰ ਹੈ ਕਿ ਉਹਨਾਂ ਚਿਰ ਮੇਰੇ ਖਿਆਲ ਹੈ ਐਸਜੀਪੀਸੀ ਇੰਡੀਪੈਂਡੈਂਟ ਨਹੀਂ ਹੈ, ਜੋ ਪ੍ਰੈਕਟੀਕਲੀ ਜੋ ਮਰਜ਼ੀ ਹੈ ਸਿਧਾਂਤਕ ਉਹ ਵੱਡੀ ਬਾਡੀ ਹੈਗੀ ਹੈ। ਬੇਸਿਕਲੀ ਉੱਥੇ ਅਕਾਲੀ ਦਲ ਦੀ ਉਹ ਰਿਟ ਚੱਲਦੀ ਹੈ ਕਿਉਂਕਿ ਮੈਜੋਰਿਟੀ ਉਹਦੇ ਨਾਲ ਹੈ, ਤੇ ਅਕਾਲੀ ਦਲ ਅਜੇ ਖਾਮੋਸ਼ ਹੈ ਇਸ ਮਾਮਲੇ ਦੇ ਉੱਤੇ। ਉਹ ਤਾਂ ਕੁਝ ਕਹਿ ਕੇ ਦੇਖੇ ਨਾ ਆਪਣੇ ਆਪ, ਮਤਲਬ ਸੁਖਬੀਰ ਬਾਦਲ ਨਹੀਂ ਹੈ ਤੇ ਬਾਕੀ ਇਕੱਠੇ ਹੋ ਕੇ ਵਰਕਿੰਗ ਕਮੇਟੀ ਕਹੇ ਕਿ ਭਾਈ ਸਾਹਿਬ ਇਹ ਪਾਰਟੀ ਦਾ ਨੁਕਸਾਨ ਹੋ ਰਿਹਾ, ਇਹਦੇ ਤੋਂ ਤਾਂ ਆਪਾਂ ਪਿੱਛੇ ਹਟੀਏ, ਕੋਈ ਐਲਾਨ ਕਰੋ, ਕੋਈ ਗੱਲ ਕਰੋ, ਕੋਈ ਕੁਝ ਕਰੋ। ਪਿਛਲੇ ਸਮੇਂ ਤੱਕ ਤਾਂ ਅਜੇ ਤੱਕ ਜਿੰਨਾ ਐਮਡੀ ਨੇ ਉਹਨਾਂ ਦੇ ਨੇ, ਪੀਟੀਸੀ ਦੇ ਨੇ ਅੱਜ ਤੱਕ ਦੱਸਿਆ, ਉਹਨੇ ਤਾਂ ਡਿਫੈਂਡ ਕੀਤਾ ਕਿ ਅਸੀਂ ਵਾਜਬ ਇਦੋਂ ਬਿਹਤਰ ਕੰਮ ਨਹੀਂ ਹੋਣਾ, ਮੁੜ ਕੇ ਜਾਣੀ ਨਹੀਂ ਜਾਂ ਬਾਕੀ ਦੀਆਂ ਚੀਜ਼ਾਂ ਨਹੀਂ ਹੋਣੀਆਂ, ਅਸੀਂ ਕੁਝ ਨਹੀਂ ਲਿਆ। ਹਜੇ ਤੱਕ ਤਾਂ ਡਿਫੈਂਡ ਕਰਨ ਵਾਲੀਆਂ ਗੱਲਾਂ ਆਈਆਂ ਨੇ ਉਸ ਮਾਮਲੇ ਦੇ ਵਿੱਚ। ਔਰ ਇਹਦੇ ਵਿੱਚ ਕਿਤੇ ਇਹ ਤਾਂ ਨਹੀਂ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਦ ਤੁਹਾਡੀ ਬਹੁਤ ਜ਼ਿਆਦਾ ਨੀਅਤ ਨਾ ਹੋਵੇ ਨਾ ਵੀ ਹਾਂ ਅਸੀਂ ਇਹਨੂੰ ਪੂਰੀ ਤਰ੍ਹਾਂ ਨਿਰਪੱਖ ਬਣਾਉਣਾ ਠੀਕ ਹੈ, ਤਾਂ ਤੁਸੀਂ ਕਿਸੇ ਅਲਟਰਨੇਟਿਵ ਚੀਜ਼ ਨੂੰ ਅਸਫਲ ਬਣਾਉਣ ਦੀ ਕੋਸ਼ਿਸ਼ ਜ਼ਿਆਦਾ ਕਰਦੇ ਹੋ ਕਿਸੇ ਨਾ ਕਿਸੇ ਰੂਪ ਦੇ ਵਿੱਚ ਜੀ, ਇਨ ਦੀ ਲੌਂਗ ਰਨ, ਕਿ ਉਹ ਕਾਮਯਾਬ ਨਾ ਹੋਏ। ਤੇ ਜਦੋਂ ਕਾਮਯਾਬ ਨਾ ਹੋਏ ਫਿਰ ਬੰਦੇ ਇਹੀ ਕਹਿਣ ਲੱਗ ਜਾਣ, ਜਿਵੇਂ ਜਨਤਾ ਪਾਰਟੀ ਦੀ 77 ਚ ਆਇਆ ਨਾ ਇੱਕ ਟ੍ਰਾਇਲ ਹੋਇਆ 2.5 ਸਾਲ, ਲੋਕ ਕਹਿਣ ਲੱਗੇ ਨਹੀਂ ਇੰਦਰਾ ਹੀ ਠੀਕ ਹੈ, ਜਿਹੜੀ ਜਿਹਦੇ ਐਮਰਜੈਂਸੀ ਤੋਂ ਅੱਕੇ ਹੋਏ ਸੀ, ਲੋਕਾਂ ਨੇ ਕਿਹਾ ਵੀ ਆਹੀ ਚੀਜ਼ ਨੇ। ਕਈ ਵਾਰ ਉਹ ਤਰੀਕੇ ਵੀ ਰਸਤੇ ਵੀ ਪੈ ਜਾਂਦੇ ਨੇ ਲੋਕ ਉਸੇ ਮਾਮਲੇ ਦੇ ਵਿੱਚ। ਪਰ ਇੱਕ ਗੱਲ ਸੋਚਣੀ ਪਏਗੀ, ਸ਼੍ਰੋਮਣੀ ਕਮੇਟੀ ਹੋਵੇ ਜਾਂ ਅਕਾਲੀ ਦਲ, ਇਹ ਕੇਵਲ ਮਾਮਲਾ ਪੀਟੀਸੀ ਕਰਕੇ ਨਹੀਂ, ਗੁਰਬਾਣੀ ਤੋਂ ਨਹੀਂ ਸ਼ੁਰੂ ਹੋਇਆ। ਇਹ ਮਾਮਲਾ ਬੈਕਗ੍ਰਾਉਂਡ ਹੈ ਇਹਦੀ। ਇਹ ਮਾਮਲੇ 'ਚ ਜਥੇਦਾਰ ਅਕਾਲ ਤਖਤ ਦੀ ਪਦਵੀ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਦੀ ਚੋਣ, ਉਦੋਂ ਬਾਅਦ ਅਕਾਲੀ ਦਲ ਤੇ ਕਬਜ਼ੇ ਦਾ ਕੁਐਸਚਨ, ਤੇ ਚੀਫ ਮਿਨਿਸਟਰ ਤੇ ਅਕਾਲੀ ਦਲ ਪ੍ਰਧਾਨ ਸੇਮ ਹੀ ਰਹਿਣ ਦੀ ਜਿਹੜੀ ਮੋਨੋਪੋਲਿਸਟਿਕ ਅਪਰੋਚ ਹੈ ਨਾ, ਜਿਹੜੀ ਤਾਨਾਸ਼ਾਹ ਟਾਈਪ ਦੀ ਜਾਂ ਇੱਕੋ ਕੰਟਰੋਲ 'ਚ ਹੋਣ ਦੀ ਗੱਲ ਹੈ, ਇਹ ਉੱਥੋਂ ਕੰਟੀਨਿਊਟੀ 'ਚੋਂ ਆਈ ਹੋਈ ਚੀਜ਼ ਹੈ। ਫਿਰ ਤੁਸੀਂ ਪੰਥਕ ਏਜੰਡੇ ਦਾ ਕੁਐਸਚਨ ਹੈ, ਲੋਕਾਂ ਨੂੰ ਜੇ ਜਚ ਗਿਆ ਕਿ ਤੁਸੀਂ ਹੁਣ ਪੰਥ ਦੇ ਉਵੇਂ ਨੁਮਾਇੰਦੇ ਨਹੀਂ ਹੋ ਜਿਵੇਂ ਪਹਿਲਾਂ ਸੀਗੇ, ਉਹ ਵੀ ਇੱਕ ਕੁਐਸਚਨ ਹੈ। ਇਸ ਲਈ ਮਾਮਲੇ ਸਿਧਾਂਤਕ ਵੀ ਨੇ, ਉਹ ਪ੍ਰੈਕਟਿਸ ਦੇ ਵਿੱਚੋਂ ਕਿਵੇਂ ਗੁਜ਼ਰੋਗੇ, ਕਿਵੇਂ ਪਛਤਾਪ ਕਰਕੇ ਸਾਹਮਣੇ ਆਓਗੇ ਮੁੜ ਕੇ। ਹਜੇ ਪਛਤਾਪ ਕਰਨ ਵਾਲੀ ਤਾਂ ਮੈਨੂੰ ਲੱਗਦਾ ਗੱਲ ਨੇੜੇ ਤੇੜੇ ਨਹੀਂ ਹੈ, ਮਾੜੀ ਮੋਟੀ ਵੈਸੇ ਚੱਲੀ ਹੈ, ਤੇ ਉਹ ਕਿੰਨਾ ਕਰਨਗੇ ਇਹਦੇ ਤੋਂ ਪਤਾ ਲੱਗੂਗਾ ਉਹਨਾਂ ਨੂੰ। ਇਹਦੇ 'ਚ ਇੱਕ ਗੱਲ ਹੋਰ ਹੈ ਮਾਂ ਕਿ ਅੱਜ ਜਿਹੜੇ ਉਹਨਾਂ ਦੇ ਯੂਥ ਆਗੂ ਤੱਥਾਂ ਸਮੇਤ ਪੇਸ਼ ਹੋ ਰਹੇ ਸੀ, ਜਿਹਦੇ 'ਚ ਉਹ ਕੁਝ ਅੰਕੜੇ ਦੇ ਰਹੇ ਸੀ, ਕੁਝ ਐਗਰੀਮੈਂਟ ਦਿਖਾ ਰਹੇ ਸੀਗੇ, ਔਰ ਉਹ ਕਹਿ ਰਹੇ ਸੀਗੇ, ਮਤਲਬ ਮੈਂ ਜਿਹੜੀ ਪਹਿਲੀ ਗੱਲ ਕੀਤੀ ਹੈ ਕਿ ਸਰਦਾਰ ਵਿਰਸਾ ਸਿੰਘ ਵਲਟੋਆ ਨੇ ਇੱਕ ਦਿਨ ਇਹ ਹਿੰਟ ਦਿੱਤਾ ਸੀ ਕਿ ਜਿੰਨਾ ਕਿ ਮੈਨੂੰ ਜਾਣਕਾਰੀ ਮਿਲੀ, ਉਹਨਾਂ ਨੇ ਇਹ ਸ਼ਬਦ ਵਰਤੇ ਸੀ ਕਿ ਪੀਟੀਸੀ ਹੁਣ ਤੁਹਾਨੂੰ ਪਤਾ ਲੱਗ ਹੀ ਜਾਣਾ 21 ਤਰੀਕ ਤੱਕ ਵੀ ਉਹ ਬਹੁਤਾ ਅੱਗੇ ਦਿਲਚਸਪੀ ਨਹੀਂ ਰੱਖ ਰਿਹਾ। ਪਰ ਜਿਹੜਾ ਅੱਜ ਉਹ ਯੂਥ ਆਗੂ ਵੱਲੋਂ ਦਾਅਵੇ ਪੇਸ਼ ਕੀਤੇ ਗਏ ਆ ਕਿ ਸਿਰਫ ਪੀਟੀਸੀ ਤੇ ਸਵਾਲ ਕਿਉਂ, ਹੇਮਕੁੰਟ ਸਾਹਿਬ ਤੋਂ ਗੁਰਬਾਣੀ ਦਾ ਜਿਹੜਾ ਪ੍ਰਸਾਰਨ ਹੁੰਦਾ ਰਿਹਾ, ਉਹਨਾਂ ਨੇ ਪਟਿਆਲੇ ਤੋਂ ਚੱਲਦੇ ਇੱਕ ਟੀਵੀ ਚੈਨਲ ਦਾ ਜ਼ਿਕਰ ਕੀਤਾ ਹੈ। ਉਸ ਤੋਂ ਇਲਾਵਾ ਗੁਰਦੁਆਰਾ ਬੰਗਲਾ ਸਾਹਿਬ ਕਿਵੇਂ ਪੇ ਕਰ ਰਿਹਾ ਸੀ ਟੀਵੀ ਚੈਨਲ ਨੂੰ, ਉਹਦਾ ਜ਼ਿਕਰ ਕੀਤਾ। ਇਹਦਾ ਮਤਲਬ ਅਜੇ ਵੀ ਕਿਤੇ ਨਾ ਕਿਤੇ ਇਸ ਡਿਬੇਟ ਨੂੰ ਅਕਾਲੀ ਦਲ ਅੱਗੇ ਵਧਾ ਰਿਹਾ, ਕਿਉਂਕਿ ਉਹ ਵੀ ਯੂਥ ਅਕਾਲੀ ਆਗੂ ਸੁਖਬੀਰ ਬਾਦਲ ਦੇ ਬਹੁਤ ਨੇੜੇ ਮੰਨੇ ਜਾਂਦੇ ਨੇ। ਸੋ ਇਹਦਾ ਮਤਲਬ ਹੈ ਕਿ ਅਜੇ ਆਪਾਂ ਇਸ ਚੈਨਲ ਨੂੰ ਦੌੜ ਚੋਂ ਬਾਹਰ ਨਹੀਂ ਰੱਖ ਸਕਦੇ। ਅਜੇ ਵੀ ਇਸ ਗੱਲ ਨੂੰ ਇੱਕ ਤਰ੍ਹਾਂ ਨਾਲ ਜਸਟੀਫਾਈ ਕੀਤਾ ਜਾ ਰਿਹਾ ਕਿ ਗਲਤ ਨਹੀਂ ਹੈ,
ਇਹ 'ਚ ਗਲਤ ਕੀ ਹੈ? ਜੇ ਬਾਕੀਆਂ ਨੂੰ ਤੁਸੀਂ ਕਿਉਂ ਨਹੀਂ ਕ੍ਰਿਟਿਸਾਈਜ਼ ਕਰਦੇ? ਵੈਸੇ ਸਰਦਾਰ ਜਗਤਾਰ ਸਿੰਘ ਹੋਣਾ ਦਾ ਕਿਹਾ ਹੀ ਹੈ ਕਿ ਕੰਪੈਰੀਜ਼ਨ ਕੀ ਆ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਬਾਕੀ ਗੁਰਦੁਆਰਿਆਂ 'ਚ, ਕੰਪੈਰੀਜ਼ਨ ਕੀ ਆ? ਹੋ ਹੀ ਨਹੀਂ ਸਕਦਾ। ਬਿਲਕੁਲ, ਤੁਸੀਂ ਦੇਖੋ, ਮੈਨੂੰ ਤਾਂ ਹੈਰਾਨੀ ਇਹ ਹੈ ਕਿ ਜਿਹੜੇ ਉਹ ਕਹਿ ਰਹੇ ਨੇ ਸੱਜਣ ਪੁਰਾਣੀ ਹਿਸਟਰੀ ਦੱਸ ਰਹੇ ਨੇ, ਕਹਿੰਦੇ ਮੇਰੇ ਕੋਲ ਡਾਕੂਮੈਂਟ ਲੈ ਕੇ ਆਏ। ਡਾਕੂਮੈਂਟ ਕੀ? ਖਬਰਾਂ ਛਪੀਆਂ ਨੇ ਅਖਬਾਰਾਂ 'ਚ, ਡਾਕੂਮੈਂਟ ਕਿਤੋਂ ਨਹੀਂ ਆਏ। ਔਰ ਉਹ ਕਹੇ ਨਾਲੇ ਕਿ ਮੈਂ ਸਾਰੀਆਂ ਖਬਰਾਂ ਲੈ ਕੇ ਆਇਆ। ਉਹ ਖਬਰਾਂ 'ਚ ਹੀ ਦੱਸ ਰਹੇ, ਖਬਰ ਐਕਚੁਅਲੀ ਡਾਕੂਮੈਂਟ ਨਹੀਂ ਹੁੰਦਾ। ਖਬਰ 'ਚ ਤਾਂ ਥੋੜਾ ਬਹੁਤ ਕਈ ਵਾਰ ਇੱਧਰ ਉਧਰ ਤੱਤ ਵੀ ਨੇ, ਡਾਕੂਮੈਂਟ ਤਾਂ ਜਿਹੜੇ ਓਰੀਜਨਲ ਹੋਣੇ ਚਾਹੀਦੇ ਨੇ ਜੇਕਰ ਆਵੇ। ਜਿਵੇਂ ਮਾਸਟਰ ਤਾਰਾ ਸਿੰਘ ਨਹਿਰੂ ਪੈਕਟ ਦੀ ਵੀ ਗੱਲ ਉਹਨੇ ਉੱਥੋਂ ਲੈ ਕੇ ਕੀਤੀ ਗੱਲ, ਤੇ ਜਦੋਂ ਇਹ ਗੱਲ ਕੀਤੀ ਜਿੱਥੇ ਤੱਕ ਆਉਂਦੀ ਹੈ, ਤੇ ਜਿਹੜੀਆਂ ਉਹ ਗੱਲਾਂ ਨਾਲ ਨਾਲ ਉਹਨੂੰ ਪਤਾ ਹੈ ਪੜ੍ਹ ਕੇ ਕਿ ਮਾਸਟਰ ਜੀ ਨੇ ਸੱਦਾ ਦਿੱਤਾ ਇਕੱਠ ਦਾ ਵੱਡੇ ਦਾ, ਚੰਡੀਗੜ੍ਹ ਦੇ ਵਿੱਚ ਇਕੱਠ ਹੋਇਆ ਵੱਡਾ, ਫਿਰ ਦਿੱਲੀ ਦਾ ਦਿੱਤਾ, ਉਹਨਾਂ ਨੂੰ ਫੜ ਲਿਆ ਗਿਆ 14 ਤਰੀਕ ਨੂੰ, ਫਿਰ 21 ਤਰੀਕ ਨੂੰ ਰਿਹਾ ਕਰਨਾ ਪਿਆ। ਫਿਰ ਮਾਸਟਰ ਜੀ ਨੇ ਉਦੋਂ ਬਾਅਦ ਵਰਤ ਫਿਰ ਜਾ ਕੇ ਪੈਕਟ ਹੁੰਦਾ, ਇੱਕ ਪ੍ਰੈਸ਼ਰ ਜਿਹੜਾ ਬਿਲਡ ਹੁੰਦਾ, ਤੇ ਫਿਰ ਸਾਧ ਸੰਗਤ ਬੋਰਡ ਫਲਾਨਾ, ਫਿਰ ਇੱਕ ਵੋਟਿੰਗ ਹੁੰਦੀ ਹੈ 2-4 ਵੋਟਾਂ ਦੇ ਫਰਕ ਨਾਲ ਇੱਧਰ ਉੱਧਰ ਹੁੰਦਾ। ਇਹ ਸਾਰੀ ਹਿਸਟਰੀ ਤਾਂ ਦੱਸੀ ਹੈ ਇਹ। ਪਰ ਅੱਜ ਵਾਲੇ ਅਕਾਲੀ ਦਲ ਨੇ ਕੀ ਕੀਤਾ ਇਸ ਤੋਂ ਬਾਅਦ? ਉਹਦਾ ਐਕਸ਼ਨ ਪ੍ਰੋਗਰਾਮ ਕੀ ਹੈ? ਉਹਨੇ ਮਾਸਟਰ ਜੀ ਵਾਂਗ ਨਾ ਤਾਂ ਪ੍ਰਧਾਨ ਨੇ ਮਰਨ ਵਰਤ ਰੱਖਿਆ, ਨਾ ਇਕੱਠ ਨੂੰ ਸੱਦਾ ਦਿੱਤਾ, ਨਾ ਕਿਸੇ ਹੋਰ ਨੂੰ। ਸ਼੍ਰੋਮਣੀ ਕਮੇਟੀ ਨੂੰ ਕਹੀ ਜਾਂਦੇ ਹੋ ਤੇ ਤੁਸੀਂ ਜਾ ਕੇ ਗਵਰਨਰ ਦੇ ਚਲੇ ਜਾਓ, ਤੁਸੀਂ ਜਾ ਕੇ ਬਾਕੀ ਦੀਆਂ ਚੀਜ਼ਾਂ ਕਰ ਲਓ ਤੇ ਆਪਣੇ ਢਾਈਦਾਰ ਦੇ ਨਾਲ ਗੱਲ ਗੁੱਲ ਕਰ ਲਓ। ਫਿਰ ਇਹ ਚੀਜ਼ਾਂ ਵੀ ਤਾਂ ਨਾਲ ਮਿਲ ਗਈਆਂ ਨਾ। ਇੱਕ ਤਾਂ ਇਹ ਗੱਲ ਹੈ, ਇਸੇ ਲਈ ਇਹ ਲੱਗ ਰਿਹਾ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਅਜੇ ਜਿਹੜਾ ਸੈਲਫ ਇੰਟਰਸਟ ਹੈ, ਬਿਜ਼ਨਸ ਇੰਟਰਸਟ ਹੈ, ਉਹ ਛੱਡ ਨਹੀਂ ਰਿਹਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਖਹਿੜਾ। ਉਹ ਤੋਂ ਖਹਿੜਾ ਛਡਾਉਣਾ ਕਾਫੀ ਮੁਸ਼ਕਲ ਜਿਹਾ ਕੰਮ ਲੱਗਦਾ ਹੈ, ਕਿਉਂਕਿ ਨਹੀਂ ਤਾਂ ਫਿਰ ਬਾਕੀ ਦੀਆਂ ਚੀਜ਼ਾਂ ਵੀ ਸ਼ਾਇਦ ਛੱਡੀਆਂ ਜਾਣ ਦੀ ਹੈਸੀਅਤ ਹੋ ਜਾਂਦੀ ਹੈ ਤੇ ਉਧਰ ਨੂੰ ਹੀ ਗੱਲ ਜਾਂਦੀ ਹੈ। ਜਦੋਂ ਸਮੁੱਚਾ ਅਕਾਲੀ ਦਲ ਬੈਠ ਕੇ ਗੱਲ ਕਰਦਾ ਹੋਵੇ ਕਿ ਜੇ ਪ੍ਰਧਾਨ ਜੀ ਨੇ ਅਸਤੀਫਾ ਦੇ ਦਿੱਤਾ, ਪੈਸੇ ਕੌਣ ਖਰਚੂਗਾ? ਜਦੋਂ ਭਾਵਨਾ ਸੀਨੀਅਰ ਲੀਡਰ ਇਹ ਕਹਿੰਦੇ ਹੋਣ, ਗੱਲ ਟੋਟਲ ਪੋਲਿਟਿਕਸ ਦੀ ਪੈਸੇ ਨਾਲ ਉੱਥੇ ਹੀ ਖੜੀ ਹੋਵੇ, ਇਹ ਯਕੀਨ ਨਾ ਹੋਵੇ ਅਜੇ ਪਾਰਟੀ ਨੂੰ ਕਿ ਪੈਸੇ ਪੰਥ ਪਹਿਲਾਂ ਵੀ ਦਿੰਦਾ ਰਿਹਾ, ਦੁਬਾਰਾ ਵੀ ਦੇ ਦੇਗਾ। ਬਹੁਤ ਚੀਜ਼ਾਂ ਇਹੋ ਜਿਹੀਆਂ ਹੋ ਜਾਂਦੀਆਂ ਨੇ ਪੈਸਿਆਂ ਨਾਲ, ਜੇਕਰ ਤੁਹਾਨੂੰ ਲੋਕਾਂ ਤੇ ਯਕੀਨ ਹੋਵੇ, ਜੇਕਰ ਆਪਣੇ ਗਰਾਊਂਡ ਤੇ ਯਕੀਨ ਹੋਵੇ। ਅਜੇ ਉਧਰ ਦੀ ਬਜਾਏ ਦੂਜੇ ਪਾਸੇ ਯਕੀਨ ਹੈ, ਜਿਹਦੇ ਤੋਂ ਨਹੀਂ ਲੱਗ ਰਿਹਾ ਉਸ ਪੱਧਰ ਦੇ ਉੱਤੇ ਗੱਲ। ਜੀ ਸਰਦਾਰ ਜਗਤਾਰ ਸਿੰਘ ਜੀ, ਇੱਕ ਸਵਾਲ ਕਿਸੇ ਵੱਡੇ ਅਕਾਲੀ ਆਗੂ ਨੇ ਮੇਰੇ ਕੋਲ ਉਠਾਇਆ ਇੱਕ ਸਧਾਰਨ ਗੱਲਬਾਤ ਦੇ ਵਿੱਚ ਕਿ ਸੁਖਬੀਰ ਸਿੰਘ ਬਾਦਲ ਵਿਦੇਸ਼ ਦੇ ਦੌਰੇ ਤੇ ਨੇ, ਪਰ ਜਦੋਂ ਐਡਾ ਵੱਡਾ ਪੰਥਕ ਮਾਮਲਾ ਪੈਦਾ ਹੋ ਗਿਆ ਕਿ 100 ਸਾਲ ਪਹਿਲਾਂ 102 ਸਾਲ ਪਹਿਲਾਂ ਜਿਸ ਜਮਾਤ ਨੂੰ ਪ੍ਰੋਟੈਕਟ ਕਰਨ ਲਈ ਅਕਾਲੀ ਦਲ ਹੋਂਦ ਚ ਆਇਆ ਸੀ, ਉਹਦੇ ਉੱਤੇ ਹਮਲਾ ਹੋਇਆ ਹੋਵੇ ਤੇ ਉਹਦਾ ਪ੍ਰਧਾਨ ਆਪਣਾ ਵਿਦੇਸ਼ੀ ਦੌਰਾ ਅੱਧ ਵਿਚਾਲੇ ਛੱਡ ਕੇ ਵੀ ਨਾ ਆਉਣਾ ਚਾਹਵੇ, ਤੇ ਫਿਰ ਅਸੀਂ ਕਿੱਥੇ ਕੁ ਜਾ ਕੇ ਰਿਵਾਈਵ ਹੋਵਾਂਗੇ? ਇਸ ਸਵਾਲ ਦਾ ਜਵਾਬ ਮੇਰੇ ਕੋਲ ਨਹੀਂ ਸੀ, ਜੇ ਤੁਹਾਡੇ ਕੋਲ ਹੈ ਤਾਂ ਦੇ ਦਿਓ। ਨਹੀਂ, ਜਵਾਬ ਤਾਂ ਇਹਦਾ ਮੇਰੇ ਕੋਲ ਵੀ ਨਹੀਂ ਹੈ। ਤੇ ਜਦੋਂ ਐਡੀ ਵੱਡੀ ਡਿਵੈਲਪਮੈਂਟ ਹੋਈ ਹੋਵੇ, ਜਿਵੇਂ ਹਮੀਰ ਜੀ ਦੱਸ ਰਹੇ ਹੈ ਕਿ ਅੱਜ ਕਿਸੇ ਇਹਨਾਂ ਦੇ ਅਕਾਲੀ ਲੀਡਰ ਨੇ ਇਤਿਹਾਸ ਸੁਣਾਇਆ, ਜੇ ਉਹ ਇਤਿਹਾਸ ਹੈਗਾ, ਮੈਂ ਵੀ ਪੜ੍ਹਿਆ ਹੈਗਾ ਸਾਰਾ ਕੁਝ, ਉਸ ਕੋਈ ਗੱਲ ਨਹੀਂ, ਤੇ ਫਿਰ ਸੁਖਬੀਰ ਜੀ ਛੱਡ ਕੇ ਵਿੱਚੋਂ ਆ ਜਾਂਦੇ। ਨਹੀਂ, ਆਉਣ ਦੀ ਤਾਂ ਗੱਲ ਤਾਂ ਛੱਡੋ, ਉਹਨਾਂ ਦੀ ਹੁਣ ਤੱਕ ਦੀ ਜਿਹੜੀ ਚੁੱਪੀ ਹੈ, ਇਹ ਬਹੁਤ ਵੱਡਾ ਕੁਐਸਚਨ ਮਾਰਕ ਹੈ ਦਿੱਤੇ। ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਕੋਈ ਕਿਤੇ ਵੀ ਤੁਸੀਂ ਬੈਠੇ ਹੋਵੋ, ਤੁਸੀਂ 24 ਘੰਟੇ ਇਨ ਟੱਚ ਹੁੰਦੇ, ਸੋ ਉਹ ਸਮੱਸਿਆ ਨਹੀਂ ਹੈ। ਉਹ ਉੱਥੇ ਬੈਠੇ ਇਹ ਡਾਇਰੈਕਸ਼ਨ ਦੇ ਸਕਦੇ ਸੀਗੇ ਕਿ ਕਰਨਾ ਕੀ ਹੈ। ਪਾਰਟੀ ਮੀਟਿੰਗ ਕਰਦੀ ਤਾਂ ਉਸ ਏਜੰਡੇ ਨੂੰ ਫਾਰਮਲਾਈਜ਼ ਕਰ ਦਿੰਦੀ। ਕਿ ਇਹਨਾਂ ਨੂੰ ਡਰ ਹੈ ਵੀ ਸਾਡੇ ਕਹਿਣ ਤੇ 100 ਬੰਦਾ ਨਹੀਂ ਇਕੱਠਾ ਹੋਣਾ ਇਸ ਮਾਮਲੇ ਤੇ? ਇਹ ਵੀ ਤਾਂ ਹੋ ਸਕਦਾ, ਲੇਕਿਨ ਜਿਹੜੀ ਉਹਨਾਂ ਦੀ ਚੁੱਪੀ ਹੈ ਇਹ ਇੰਟਰੀਗਿੰਗ ਹੈ ਤੇ ਬਹੁਤ ਵੱਡਾ ਕੁਐਸਚਨ ਮਾਰਕ ਹੈ। ਨਹੀਂ ਜੀ, 117 ਬੰਦੇ ਤੇ ਇਲੈਕਸ਼ਨ ਲੜਦੇ ਆ, 180-85 ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਲੜਦੇ ਆ, ਫਿਰ ਜ਼ਿਲ੍ਹਾ ਪਰਿਸ਼ਦਾਂ ਨੇ, ਬਲਾਕ ਸੰਮਤੀਆਂ ਨੇ, 100 ਨਹੀਂ, ਮਤਲਬ ਮੈਨੂੰ ਲੱਗਦਾ 5000 ਬੰਦਾ ਤੇ ਜਿਹੜਾ ਵਾ ਉਹ ਬੰਦਾ ਜਿਹੜਾ ਸਿਰਫ ਫੁੱਲ ਟਾਈਮ, ਮਤਲਬ ਹੋਲ ਟਾਈਮਰ ਪੋਲੀਟੀਸ਼ੀਅਨ ਹੈ ਅਕਾਲੀ ਪੋਲਿਟਿਕਸ ਦੇ ਵਿੱਚ, ਜਿਹਦੀ ਰੋਜੀ ਰੋਟੀ ਇੱਕ ਤਰ੍ਹਾਂ ਨਾਲ ਸਿਆਸਤ ਹੈ, ਤੇ ਉਹਨੂੰ ਇੰਨੇ ਕੁ ਬੰਦੇ ਤਾਂ ਬਹੁਤ ਆਸਾਨ ਸੀ। ਪਰ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ, ਇਨ ਟੱਚ ਤਾਂ ਹੋਣਗੇ ਪਾਰਟੀ ਨਾਲ, ਉੱਥੋਂ ਹੀ ਸਾਰੀ ਡਾਇਰੈਕਸ਼ਨ ਆ ਰਹੀ ਹੋਊਗੀ। ਨਹੀਂ, ਮੈਂ ਤੁਹਾਡੇ ਨਾਲ ਆਮ ਪਬਲਿਕ ਜਾਂ ਅਕਾਲੀ ਵਰਕਰ ਨੂੰ ਐਡਰੈਸ ਕਰਨ ਲਈ ਆਪਣੇ ਫੋਨ ਦੇ ਕੈਮਰੇ ਦੀ ਇਸਤੇਮਾਲ ਕਰਕੇ ਕੋਈ ਸੁਨੇਹਾ ਹੀ ਛੱਡ ਦਿੰਦੇ ਜੀ। ਨਹੀਂ, ਅੱਗੇ ਆਮ ਵਰਕਰ ਦੇ ਵਿੱਚ ਜਿਹੜਾ ਵੀ ਬੰਦਾ ਨੀਲੀ ਪੱਗ ਬੰਨ੍ਹਦਾ ਸੀ ਪਿੰਡ ਦੇ ਵਿੱਚ, ਉਹਦੇ ਵਿੱਚ ਜੋਸ਼ ਹੁੰਦਾ ਸੀਗਾ। ਇੱਕ ਕਾਲ ਤੇ ਲੋਕ ਸਾਰਾ ਕੰਮ ਆਪਣਾ ਛੱਡ ਕੇ ਪਿੰਡਾਂ ਦੇ ਵਿੱਚੋਂ ਤੁਰ ਪੈਂਦੇ ਸੀਗੇ। ਕਿੰਨੀਆਂ ਐਗਜ਼ਾਮਪਲ ਦੇਈਏ, ਇਤਿਹਾਸ ਭਰਿਆ ਪਿਆ। ਜਦੋਂ ਅਸੀਂ ਕਹਿੰਦੇ ਹਾਂ ਮਾਣ ਦੇ ਨਾਲ ਕਿ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਸੰਘਰਸ਼ ਦਾ ਇਤਿਹਾਸ ਹੈ, ਸ਼ਾਨਾਮਤ ਦਾ ਇਤਿਹਾਸ ਹੈ, ਉਹ ਹੈ ਕੀ?
ਲੋਕਾਂ ਨੇ ਆਪਣੀ ਜਾਨਾਂ ਕੁਰਬਾਨ ਕੀਤੀਆਂ, ਲੋਕ ਜੇਲ੍ਹਾਂ 'ਚ ਗਏ, ਇਸ ਕਰਕੇ ਨਹੀਂ ਕਿ ਹੁਣ ਕੋਈ ਪਰਿਵਾਰ ਉੱਠ ਕੇ ਜਿਹੜੀਆਂ ਉਹ ਸੰਸਥਾਵਾਂ ਉਹਨਾਂ ਸੰਘਰਸ਼ਾਂ ਨੇ ਪੈਦਾ ਕੀਤੀਆਂ ਬਣੀਆਂ, ਉਹਨਾਂ ਵਿੱਚੋਂ ਕੋਈ ਕਮਰਸ਼ੀਅਲ ਆਪਣੀਆਂ ਇੰਟਰਸਟ ਐਕਸਪਲੋਇਟ ਕਰੇ। ਦਿੱਕਤ ਇੱਥੇ ਆ ਕੇ ਸਾਰੀ ਅਸੀਂ ਹੁਣ ਵੀ ਮਤਲਬ ਅਕਾਲੀ ਦਲ ਦੇ ਲੀਡਰ ਇਹ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰ ਰਹੇ ਕਿ ਸਾਰੀ ਗੜਬੜ ਕਿੱਥੇ ਹੋਈ ਹੈ। ਜੇ ਪਾਰਟੀ 3 ਸੀਟਾਂ ਤੇ ਆ ਕੇ ਸਿਮਟ ਗਈ, ਇਹਨਾਂ ਨੂੰ ਸਮਝ ਨਹੀਂ ਆਈ ਕਿ ਸਾਡੇ ਨਾਲ ਕੀ ਹੋਈ ਹੈ। ਮਸਲਾ ਸਿਰਫ ਪੀਟੀਸੀ ਦਾ ਨਹੀਂ ਹੈ, ਇਨ ਟੋਟੈਲਿਟੀ ਜਿਹੜੀ ਅਪਰੋਚ ਹੈ ਇਸ ਪਾਰਟੀ ਦੀ ਤੇ ਜਿਹੜੀ ਡੋਮੀਨੈਂਟ ਲੀਡਰਸ਼ਿਪ ਹੈ ਉਹਦੀ, ਇਹਨਾਂ ਸਾਰੇ ਮਸਲਿਆਂ ਤੇ ਪੀਟੀਸੀ ਉਹਨਾਂ ਦੇ ਵਿੱਚੋਂ ਇੱਕ ਹੈ। ਸਾਰੇ ਮਸਲਿਆਂ ਤੇ ਜਿਹੜੀ ਅਪਰੋਚ ਹੈ ਉਹਦੇ ਵਿੱਚ ਕਿਤੇ ਬਹੁਤ ਵੱਡੀ ਗੜਬੜ ਹੈਗੀ ਹੈ। ਇਸ ਕਰਕੇ ਇਹ ਪਾਰਟੀ ਆਈਸੋਲੇਟ ਹੋਈ ਬੈਠੀ ਹੈ ਤੇ ਮੇਰੇ ਖਿਆਲ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਜਿਹੜੀ ਚੁੱਪੀ ਹੈ ਉਹ ਸਧਾਰਨ ਚੁੱਪੀ ਨਹੀਂ ਹੈ ਤੇ ਉਹਨਾਂ ਨੂੰ ਇਹ ਤੇ ਆਪਣਾ ਬਿਆਨ ਦੇਣਾ ਚਾਹੀਦਾ ਸੀ ਤਾਂ ਕਿ ਇਹ ਸਿਚੁਏਸ਼ਨ ਕਲੀਅਰ ਹੋ ਸਕੇ। ਜਿਹੜੀ ਗੱਲ ਤੁਸੀਂ ਪਹਿਲਾਂ ਕੀਤੀ ਵੀ 26 ਤਰੀਕ ਨੂੰ ਐਸਜੀਪੀਸੀ ਕੀ ਕਰੇਗੀ, ਕੀ ਐਸਜੀਪੀਸੀ ਆਪਣੇ ਆਪ ਬਿਨਾਂ ਸੁਖਬੀਰ ਜੀ ਨੂੰ ਪੁੱਛੇ ਕੋਈ ਮੇਜਰ ਫੈਸਲਾ ਲੈ ਸਕਦੀ ਹੈ? ਇਹ ਕੁਐਸਚਨ ਮਾਰਕ ਹੈ। ਸੁਖਬੀਰ ਜੀ ਹੋ ਸਕਦਾ ਇਹੀ ਵੱਡਾ ਫੈਸਲਾ ਲੈਣ ਲਈ ਸਿਧਾਂਤਕ ਤੌਰ ਤੇ ਇੰਨਾ ਸਮਾਂ ਲੈ ਰਹੇ ਹੋਣ, ਕਿਉਂਕਿ ਵੱਡੇ ਮਾਮਲੇ ਕੌਮ ਦੇ ਮਾਮਲੇ ਇਤਿਹਾਸ 'ਚ ਦਰਜ ਹੋਣੇ ਆ। ਇਹ ਕੰਮ ਐਸਜੀਪੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦਾ ਸੀਗਾ। ਅੱਗੇ ਬਹੁਤ ਸਾਲ ਤੱਕ ਇਹ ਹੁੰਦਾ ਸੀ ਐਸਜੀਪੀਸੀ ਦਾ ਪ੍ਰਧਾਨ ਤੇ ਅਕਾਲੀ ਦਲ ਦਾ ਪ੍ਰਧਾਨ ਸ਼ੁਰੂ ਦੇ ਵਿੱਚ ਕਈ ਵਾਰੀ ਇੱਕੋ ਹੀ ਹੁੰਦੇ ਸੀਗੇ, ਲੇਕਿਨ ਹੌਲੀ ਹੌਲੀ ਇਹ ਦੋ ਵੱਖਰੀਆਂ ਸੰਸਥਾਵਾਂ ਆਪਣੇ ਆਪ ਡਿਵੈਲਪ ਹੋਈਆਂ। ਸੋ ਹੁਣ ਪਹਿਲਾ ਫੈਸਲਾ, ਕਿਉਂਕਿ ਪਾਰਟੀ ਤਾਂ ਸ਼੍ਰੋਮਣੀ ਅਕਾਲੀ ਦਲ ਐਸਜੀਪੀਸੀ ਨੂੰ ਕੰਟਰੋਲ ਕਰਦੀ ਹੈ। ਸਿਸਟਮ ਹੈ ਜਿਵੇਂ ਅਸੈਂਬਲੀ ਦੇ ਵਿੱਚ ਜਿਹੜੀ ਰੂਲਿੰਗ ਪਾਰਟੀ ਹੈ ਉਹ ਜਿਹੜੀ ਉਹਦੀ ਆਰਗੇਨਾਈਜੇਸ਼ਨ ਉਹਨਾਂ ਨੇ ਕੰਟਰੋਲ ਕਰਨਾ ਹੈ, ਉਸ ਤਰ੍ਹਾਂ ਹੀ ਸਿਸਟਮ ਇੱਥੇ ਪੈਰਲਲ ਹੈ। ਅਕਾਲੀ ਦਲ ਬੀਇੰਗ ਰੂਲਿੰਗ ਪਾਰਟੀ ਐਸਜੀਪੀਸੀ ਨੂੰ ਕੰਟਰੋਲ ਕਰਦਾ ਹੈ। ਸੋ ਇਸ ਕਰਕੇ ਜਿਹੜੇ ਇਹ ਸਿਧਾਂਤਕ ਫੈਸਲੇ ਹੋਣੇ ਹੈ ਇਹ ਅਕਾਲੀ ਦਲ ਦੇ ਵਿੱਚ ਹੋਣੇ ਆ। ਅਕਾਲੀ ਦਲ ਆਪਣੀ ਮੀਟਿੰਗ ਹੀ ਨਹੀਂ ਕਰ ਰਿਹਾ। ਤੁਹਾਡੇ ਐਸਜੀਪੀਸੀ ਕੋਲ ਤਾਂ ਜਿਹੜੀ ਆਟੋਨਮੀ ਹੈ ਉਹ ਤਾਂ ਖਤਮ ਹੋਈ ਵੀ ਹੈ। ਸਿੱਖ ਸੰਸਥਾਵਾਂ ਦੀ ਆਟੋਨਮੀ ਪਿਛਲੇ 20 ਸਾਲ ਤੋਂ ਆਲਮੋਸਟ ਜ਼ੀਰੋ ਹੈ। ਇਹ ਕੋਈ ਫੈਸਲਾ ਆਪਣੀ ਮਰਜ਼ੀ ਨਾਲ ਨਹੀਂ ਕਰ ਸਕਦੇ। ਇਸ ਕਰਕੇ ਜਿਹੜਾ ਵੀ ਫੈਸਲਾ 26 ਨੂੰ ਹੋਏਗਾ ਉਹ ਕਿਸੇ ਹੋਰ ਪਾਸਿਓਂ ਆਏਗਾ। ਸਰਦਾਰ ਹਰਮੀਤ ਸਿੰਘ ਜੀ, ਮੇਰਾ ਖਿਆਲ ਹੈ ਕਿ ਆਪਾਂ ਹੁਣ ਇਹਨੂੰ ਵਿਰਾਮ ਦੇ ਦਈਏ ਇਸ ਵਿਸ਼ੇ ਨੂੰ ਤੇ ਪ੍ਰਤਾਪ ਸਿੰਘ ਬਾਜਵਾ ਦੇ ਦਰਦ ਨੂੰ ਜ਼ੁਬਾਨ ਦੇ ਦਈਏ। ਸੋ ਜਿਹੜੀ ਉਹਨਾਂ ਨੇ ਅੱਜ ਪ੍ਰੈਸ ਸਟੇਟਮੈਂਟ ਦਿੱਤੀ ਹੈ, ਗੱਲ ਉਹ ਤੋਂ ਤੋੜ ਦਿਓ। ਬ੍ਰਹਮ ਸ਼ੰਕਰ ਜਿੰਪਾ ਦੇ ਹਵਾਲੇ ਨਾਲ ਉਹਨਾਂ ਨੇ ਕਿਹਾ ਕਿ ਫਿਰ ਜ਼ੀਰੋ ਟੋਲਰੈਂਸ ਕਿੱਥੇ ਆ? ਤੁਹਾਡੀ ਵਿਜੀਲੈਂਸ ਤੇ ਕੁਝ ਸੋਰਸ ਰਿਪੋਰਟ ਪੇਸ਼ ਕਰਦੀ ਆ, ਕੁਝ ਤਹਿਸੀਲਦਾਰਾਂ ਨਾਇਬ ਤਹਿਸੀਲਦਾਰਾਂ ਦੇ ਖਿਲਾਫ ਉਹ ਤੱਥ ਪੇਸ਼ ਕਰ ਦਿੰਦੀ ਹੈ ਕਿ ਇਹਨਾਂ ਦੇ ਖਿਲਾਫ ਜਾਂਚ ਹੋਣੀ ਚਾਹੀਦੀ, ਇੱਥੇ ਆ ਹੋ ਰਿਹਾ, ਤੇ ਤੁਸੀਂ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਇਹ ਕਹਿ ਕੇ ਵੀ ਜਾਂਚ ਦੀ ਇੱਥੇ ਕੁਝ ਅਸੀਂ ਅੱਗੇ ਨਹੀਂ ਵਧਾ ਰਹੇ, ਪ੍ਰੋਸੀਡਿੰਗਸ ਨਹੀਂ ਕਰ ਰਹੇ, ਤੇ ਇਹਦੇ ਨਾਲ ਤੁਸੀਂ ਫਿਰ ਜਿਹੜੀ ਆਪਣੀ ਤੁਹਾਡੀ ਪਾਲਿਸੀ ਆ ਕਰਪਸ਼ਨ ਦੇ ਖਿਲਾਫ, ਉਹ ਇਹ ਜਿਹੜੀ ਗੱਲ ਬਾਜਵਾ ਦੀ ਹੈ ਇਹਨੂੰ ਕਿਵੇਂ ਲਈਏ ਆਪਾਂ? ਹੁਣ ਇਹਦੀ ਕੋਈ ਤੁਕ ਬਣਦੀ ਆ? ਕੌਣ ਸੱਤਾਧਾਰੀ ਕਦੋਂ ਕਿਸੇ ਦੀ ਗੱਲ ਸੁਣਦੇ ਹੁੰਦੇ, ਕੌਣ ਮੰਨਦੇ? ਜਿਵੇਂ ਜੀ ਕਰਦਾ ਕਰਦੇ। ਅਸਲ ਚ ਬਾਜਵਾ ਸਾਹਿਬ ਦਾ ਦਰਦ ਵੀ ਪ੍ਰੈਸ ਨੋਟਾਂ ਚ ਹੀ ਪ੍ਰਗਟ ਹੁੰਦਾ ਨਾ। ਕਿਉਂ ਬੰਨੇਗੀ ਸੱਤਾਧਾਰੀ ਧਿਰ? ਆਪੋਜੀਸ਼ਨ ਦਾ ਰੋਲ ਡਬਲ ਰੋਲ ਹੁੰਦਾ ਅਸੈਂਬਲੀ ਦੇ ਵਿੱਚ ਤੇ ਅਸੈਂਬਲੀ ਤੋਂ ਬਾਅਦ ਸੜਕ ਤੇ ਜਿੱਥੇ ਬੇਇਨਸਾਫੀ ਹੋ ਰਹੀ ਹੈ ਉੱਥੇ ਜਾ ਕੇ ਖੜਨਾ ਪੈਂਦਾ ਹੈ, ਧਰਨਾ ਦੇਣਾ ਪੈਂਦਾ ਹੈ, ਪਸੀਨਾ ਵਹਾਉਣਾ ਪੈਂਦਾ, ਥੋੜਾ ਜਿਹਾ ਲੋਕਾਂ ਨੂੰ ਮੋਬਿਲਾਈਜ਼ ਕਰਨਾ ਪੈਂਦਾ, ਜਾ ਦੱਸਣਾ ਪੈਂਦਾ ਲੋਕਾਂ ਨੂੰ ਜਾ ਕੇ ਕਿ ਭਾਈ ਸਾਹਿਬ ਆਹ ਹੋ ਰਿਹਾ, ਆਓ ਆਪਾਂ ਇਹ ਗੱਲ ਕਰ ਰਹੇ ਹਾਂ। ਤੇ ਸਾਰੇ ਸੱਜਣ ਗਰਮੀ ਜਿੱਦਣ ਕੋਈ ਸੱਦਾ ਦੇ ਗਿਆ ਮੈਨੂੰ ਕਹਿ ਦੇਣਾ, ਕਿਉਂਕਿ ਸਾਰੀਆਂ ਪਾਰਟੀਆਂ ਦਾ ਸਿਸਟਮ ਅਸਲ ਚ ਉਸ ਲੈਵਲ ਦਾ ਹੋ ਗਿਆ ਕਿ ਇਦਾਂ ਗਰਮੀ ਚ ਕਿਹਨੇ ਮਰਨਾ। ਜੇ 5 ਸਾਲ ਦੇ ਲਗਭਗ 4 ਸਾਲ ਦੇ ਲਗਭਗ ਪਏ ਨੇ, ਨੇੜੇ ਜੇ ਜਾ ਕੇ ਦੇਖਾਂਗੇ ਜਦੋਂ 6 ਮਹੀਨੇ ਰਹਿ ਗਏ ਫਿਰ ਸ਼ਾਇਦ ਤੁਰਾ ਫਿਰਾਂਗੇ ਲੋਕਾਂ ਦੇ ਵਿੱਚ, ਉਹਨਾਂ ਨੂੰ ਕਹਾਂਗੇ ਸਾਨੂੰ ਵੋਟ ਪਾ ਦਿਓ। ਇੱਕ ਤਾਂ ਇਹ ਜਿਹੜਾ ਐਟੀਟਿਊਡ ਬਣ ਗਿਆ ਨਾ ਪਾਰਟੀਆਂ ਦਾ। ਦੂਜੀ ਗੱਲ, ਜਿਹੜੇ ਲੋਕਾਂ ਦੇ ਕੰਮ ਨੇ, ਜਦੋਂ ਵੀ ਕਿਸੇ ਵਿਰੋਧੀ ਐਮਐਲਏ ਕੋਲ ਕੋਈ ਜਾਂਦਾ ਕਿ ਆਪਣੀ ਤਾਂ ਸਰਕਾਰ ਨਹੀਂ, 5 ਸਾਲ ਵੇਟ ਕਰੋ। ਇਹ ਜਿਹੜਾ ਇੱਕ ਮੁਹਾਵਰੇ ਬਣ ਗਏ ਨਾ ਸਾਡੀ ਲਥਾਰਜਿਕ ਜਿਹੜੀ ਸਾਡੀ ਸਿਆਸਤ ਦੇ ਅੰਦਰ, ਇਹ ਬਹੁਤ ਖਤਰਨਾਕ ਰੁਝਾਨ ਹੈ ਕਿਸੇ ਨਾ ਕਿਸੇ ਰੂਪ ਚ। ਲੋਕਾਂ ਨੂੰ ਬੇਵਕੂਫ ਬਣਾਉਣ ਵਾਲਾ ਸਿਸਟਮ ਹੈ ਤੇ ਫਿਰ ਪਾਰਟੀ ਆਪਣੇ ਆਪ ਕਰਦੀ ਆ ਉਹਨੇ। ਬਿਲਕੁਲ ਇਹ ਤੱਥ ਨੇ, ਇਹ ਲੋਕਾਂ ਨੇ ਲਿਆਂਦੇ ਨੇ ਸਾਹਮਣੇ ਤੇ ਬਾਕੀ ਦੀਆਂ ਗੱਲਾਂ ਸਾਡੇ ਸਾਹਮਣੇ ਨੇ। ਚਾਹੇ ਉਹ ਜਿੰਪੇ ਦਾ ਬਿਆਨ ਹੋਵੇ ਔਰ ਜੇ ਵਿਜੀਲੈਂਸ 48 ਅਫਸਰਾਂ ਦੇ ਨਾਮ ਰੈਵਨਿਊ ਅਫਸਰਾਂ ਦੇ ਜਾਰੀ ਕਰਦੇ ਆ, ਜਿਸ 28 ਤਹਿਸੀਲਦਾਰ ਨੇ ਤੇ ਬਾਕੀ ਹੋਰ ਹੇਠਲੇ ਅਫਸਰ ਨੇ, ਨਾਇਬ ਤਹਿਸੀਲਦਾਰ ਤੇ ਬਾਕੀ। ਔਰ ਤਾਂ ਇਹ ਬਹੁਤ ਬੜਾ ਕੁਐਸਚਨ ਹੈ ਕਰਪਸ਼ਨ ਦਾ, ਖਾਸ ਤੌਰ ਤੇ ਉਸ ਸਰਕਾਰ ਦੇ ਸਾਹਮਣੇ ਜਿਹੜੀ ਸਰਕਾਰ ਕੱਟੜ ਇਮਾਨਦਾਰ ਦੀ ਬਾਰ-ਬਾਰ ਬਾਤ ਪਾਉਂਦੀ ਆ, ਬਾਰ-ਬਾਰ ਗੱਲ ਕਰਦੀ ਹੈ। ਤੇ ਦੂਜਾ ਪਹਿਲੂ
ਦੂਜਾ ਪਹਿਲੂ ਬੀਬੀ ਮਾਣੋਕੀ ਦੀ ਕੋਠੀ ਦੀ ਗੱਲ ਹੈ, ਚਾਬੀ ਤਾਂ ਦੇਤੀ, ਜਦੋਂ ਅੰਦਰ ਗਏ ਜਾ ਕੇ ਹੁਣ ਉਹ ਕਹਿੰਦੇ ਟੂਟੀਆਂ ਤੋਂ ਲੈ ਕੇ ਹਰ ਚੀਜ਼ ਹੀ ਪੱਟ ਕੇ ਲੈ ਗਏ ਬੰਦੇ। ਤੁਸੀਂ ਕੋਈ ਰੈਨੋਵੇਟ ਕਰਾਇਆ, ਪੈਸੇ ਪੂਸੇ ਲੈ ਲਓ, ਕਹਿ ਦਿਓ ਭਾਈ ਮੇਰਾ ਇੰਨਾ ਖਰਚ ਹੋਇਆ, ਜੇ ਕੋਈ ਬਾਰਗੇਨਿੰਗ ਹੋ ਜਾਂਦੀ ਹੈ। ਤੇ ਐਂ ਡੈਮੇਜ ਕਰਨਾ ਜਿਹੜੇ ਸਿਸਟਮ ਨੇ, ਤੇ ਇਹ ਤਾਂ ਚੋਰੀ ਦਾ ਪਰਚਾ ਦਰਜ ਹੋ ਜਾਂਦਾ। ਉਦੋਂ ਬਾਅਦ ਚਾਹੇ ਤੁਸੀਂ ਉਹ ਲਵਾਇਆ ਹੋਵੇ, ਜਿਹਦਾ ਕਬਜ਼ਾ ਹੈ, ਜਿਹਦੇ ਕੋਲ ਕੋਠੀ ਚਲੀ ਗਈ, ਕੋਈ ਵੀ ਚੀਜ਼ ਚਲੀ ਗਈ, ਔਰ ਮੈਂ ਪਰਚੇ ਦਰਜ ਹੁੰਦੇ ਦੇਖੇ ਨੇ ਇਸ ਲੈਵਲ ਦੇ ਉੱਤੇ। ਤਾਂ ਜਿਹੜੀ ਉਹ ਮਾਹੌਲ ਹੈ, 26 ਤਰੀਕ ਨੂੰ ਇੱਕ ਪੈਰਲਲ ਰੈਲੀ ਹੋ ਰਹੀ ਹੈ ਕਿਸਾਨ ਔਰ ਮਜ਼ਦੂਰ ਜਥੇਬੰਦੀਆਂ ਦੀ ਵੱਡੀ, ਜਿਹੜੀ ਉੱਥੇ ਐਕਸ਼ਨ ਕਮੇਟੀ ਬਣੀ ਹੋਈ ਹੈ, ਬਣੀ ਹੈ ਐਸੇ ਮਾਮਲੇ ਦੇ ਵਿੱਚ NRI ਜਾਇਦਾਦ ਦਬਾਉਣ ਵਿਰੋਧੀ ਐਕਸ਼ਨ ਕਮੇਟੀ, ਤੇ ਉਹ ਰੈਲੀ ਕਰ ਰਹੀ ਹੈ ਵੀ ਪਰਚੇ ਦਰਜ ਕਰੋ ਇਸ ਮਾਮਲੇ ਤੇ, ਜਿਹੜੀਆਂ ਇਹ ਚੀਜ਼ਾਂ ਹੋਈਆਂ ਨੇ ਪਰਸਨਲੀ, ਕਿ ਬੰਦੇ ਕਿਵੇਂ ਲੈ ਕੇ ਗਏ ਜਾਂ ਬਾਕੀ ਦੀਆਂ ਚੀਜ਼ਾਂ ਨੇ। ਲੋਕ ਉੱਥੇ ਗਰਾਊਂਡ ਤੇ ਜਿਹੜਾ ਲੜ ਰਿਹਾ ਪਰਚੇ ਉਹ ਦਰਜ ਕਰਾਊਗਾ, ਬਾਜਵਾ ਸਾਹਿਬ ਦੀ ਚਿੱਠੀ ਨਹੀਂ। ਜਾਂ ਕਾਂਗਰਸੀ ਨਹੀਂ, ਖਹਿਰਾ ਚਲਾ ਗਿਆ ਉੱਥੇ, ਤੇ ਖਹਿਰੇ ਦਾ ਦਿਖਾਈ ਵੀ ਦੇ ਰਿਹਾ ਕਿ ਹਾਂ ਲੋਕ ਵੀ ਯਾਰ ਗਿਆ ਗਰਮੀ ਚ, ਉਹਦਾ ਕੁੜਤਾ ਭਿੱਜਦਾ ਨਜ਼ਰ ਆ ਰਿਹਾ ਤੇ ਸਾਰਾ ਕੁਝ ਦਿਖ ਰਿਹਾ। ਤੇ ਪਾਰਟੀ ਪ੍ਰਧਾਨ ਤੇ ਪਾਰਟੀ ਦਾ ਲੀਡਰ ਆਫ ਆਪੋਜੀਸ਼ਨ, ਜਿਹੜੇ ਰੁਤਬੇ ਮੰਨਣ ਵਾਲੇ ਬੰਦੇ ਨੇ, ਉਹ ਕਿੱਥੇ ਨੇ, ਬਾਕੀ ਦੇ ਸੱਜਣ ਕਿੱਥੇ ਨੇ? ਔਰ ਇਸ ਕਰਕੇ ਇਹ ਗੱਲ ਨੂੰ ਉਠਾਉਣਾ ਬਿਲਕੁਲ ਚੰਗੀ ਗੱਲ ਹੈ। ਆਪੋਜੀਸ਼ਨ ਦਾ ਰੋਲ ਹੈ ਕਿ ਉਹਨੂੰ, ਜਿਹੜੀ ਕਰਪਸ਼ਨ ਦੇ ਐਂਟੀ ਕਰਪਸ਼ਨ ਦੇ ਪਲਾਇਕ ਤੇ ਖੜ ਕੇ ਆਈ ਹੈ, ਜੇ ਉਹਦੇ ਦੌਰ ਦੇ ਵਿੱਚ ਇਹ ਚੀਜ਼ਾਂ ਨੇ, ਉਹਨੇ IAS ਅਫਸਰਾਂ ਦਾ ਅਮਰੂਦਾਂ ਵਾਲਾ ਜ਼ਿਕਰ ਕੀਤਾ, ਉਹਨੇ ਇਰੀਗੇਸ਼ਨ ਵਾਲਾ ਜ਼ਿਕਰ ਕੀਤਾ, ਉਹਨੇ PSIEC ਵਾਲਾ ਜ਼ਿਕਰ ਕੀਤਾ, ਸਾਰੇ ਜ਼ਿਕਰ ਕੀਤੇ ਨੇ। ਇਹ ਪੁਆਇੰਟ ਹੈਗੇ ਨੇ ਸਾਰੇ ਦੇ ਸਾਰੇ, ਕਰਪਸ਼ਨ ਨਾਲ ਜੁੜੇ ਹੋਏ ਮੁੱਦੇ ਨੇ, ਕਿ ਇਹਨਾਂ ਦਾ ਲੋਕਾਂ ਸਾਹਮਣੇ ਰਿਜ਼ਲਟ ਜਾਣਾ ਚਾਹੀਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਇਹ ਹਾਜ਼ਰੀ ਲਵਾਉਣੀ ਹੈ, ਪ੍ਰੈਸ ਨੋਟ ਦੇਣਾ, ਹਾਜ਼ਰੀ ਲਵਾਉਣਾ, ਇਹਦੇ ਤੇ ਪ੍ਰੈਸ਼ਰਾਈਜ਼ ਕਰਕੇ ਅੱਗੇ ਕੋਈ ਐਕਸ਼ਨ ਕਰਾਉਣਾ ਹੈ ਤਾਂ ਬਾਜਵਾ ਸਾਹਿਬ ਨੂੰ ਮੈਦਾਨ 'ਚ ਨਿਤਰਨਾ ਪੈਣਾ ਹੈ। ਸਰਕਾਰ ਤਾਂ ਰੋਜ਼ ਜਾਂਦੇ, ਭਗਵੰਤ ਮਾਨ ਰੋਜ਼ 4 ਜਗ੍ਹਾ ਸੰਬੋਧਨ ਕਰਦਾ ਲੋਕਾਂ ਨੂੰ ਜਾ ਕੇ, ਬਾਕੀ ਬੰਦੇ ਜਾਂਦੇ ਨੇ। ਸਰਕਾਰ ਲੋਕਾਂ 'ਚ ਫਿਰਦੀ ਦਿਖਾਈ ਦੇ ਰਹੀ ਹੈ, ਮਾੜੀ ਮੋਟੀ ਜਿੰਨੀ ਵੀ ਹੈ ਆਪੋਜੀਸ਼ਨ ਫਿਰਦੀ ਕਿਤੇ ਦਿਖਾਈ ਦੇ ਰਹੀ ਹੈ। ਬਲਕਿ ਮੌਕਾ ਆਪੋਜੀਸ਼ਨ ਨਹੀਂ ਹੁੰਦਾ ਕਿ ਉਹ ਫਿਰਦੇ ਦਿਖਾਈ ਦੇਣਾ ਚਾਹੀਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਜੀ ਸਰਦਾਰ ਜਗਤਾਰ ਸਿੰਘ ਜੀ, ਕੋਈ 2 ਲਾਈਨਾਂ। ਤੇ ਪੰਜਾਬ ਬੜੀ ਦਿਲਚਸਪ ਸਟੇਟ ਹੈ। ਇੱਥੇ ਤਾਂ ਆਪਣੇ ਜਦੋਂ ਕੈਪਟਨ ਅਮਰਿੰਦਰ ਸਿੰਘ ਸੀਗੇ CM, ਉਹ ਕਹਿੰਦੇ ਜੀ ਮੇਰੇ ਤਾਂ ਮੰਤਰੀ ਹੀ ਕਰਪਟ ਹੈ। ਆਪਾਂ ਤਾਂ ਗੱਲ ਸਿਰਫ ਤਹਿਸੀਲਦਾਰਾਂ ਦੀ ਕਰਦੇ ਹਾਂ। ਜਿੱਥੇ CM ਕਹਿ ਰਿਹਾ ਹੋਵੇ ਕਿ ਭਾਈ ਮੇਰੇ ਮੰਤਰੀ ਕਰਪਟ ਹੈ, ਤੁਸੀਂ ਉੱਥੋਂ ਅੰਦਾਜ਼ਾ ਲਾ ਲਓ ਵੀ ਸਾਡਾ ਹਾਲ ਕੀ ਹੈ ਜੀ। ਸੋ ਇਹ ਸਾਡੇ, ਮੈਨੂੰ ਲੱਗਦਾ ਹੈ ਕਿ ਸਿਸਟਮ ਦਾ ਪਾਰਟ ਬਣ ਗਿਆ ਸਾਰਾ ਕੁਝ। ਨਾਅਰੇਬਾਜ਼ੀ ਹੁੰਦੀ ਹੈ ਕਿ ਅਸੀਂ ਕੱਟੜ ਇਮਾਨਦਾਰ ਹੈ, ਐਕਸ਼ਨ ਲੱਗ ਰਿਹਾ ਹੁੰਦਾ ਵੀ ਲਿਆ ਜਾ ਰਿਹਾ ਹੈ। ਹੁਣ ਤੱਕ ਇਹ ਸਰਕਾਰ ਬਣਨ ਤੋਂ ਬਾਅਦ ਪ੍ਰੋਸੀਕਿਊਸ਼ਨ ਕਿੰਨੇ ਲੋਕਾਂ ਦੀ ਹੋਈ ਹੈ, ਟੈਸਟ ਇੱਥੇ ਹੈ, ਕਿੰਨਿਆਂ ਤੇ ਕੇਸ ਚੱਲੇ ਹੈ, ਕਿੰਨਿਆਂ ਤੇ ਤੁਹਾਡੀ ਚਾਰਜਸ਼ੀਟ ਦਾਖਲ ਹੋਈ ਹੈ, ਜਿਹੜੇ ਮੰਤਰੀ ਫੜੇ ਗਏ, ਸਭ ਕੁਝ ਹੋਇਆ, MLA ਫੜੇ ਗਏ, ਅਫਸਰ ਫੜੇ ਗਏ, ਚਾਰਜਸ਼ੀਟ ਕਿੱਥੇ ਹੈ, ਟੈਸਟ ਹੋਇਆ। ਤੁਸੀਂ ਗੱਲ ਕੀਤੀ ਕੈਪਟਨ ਅਮਰਿੰਦਰ ਸਿੰਘ ਜੀ, 2016 ਦਾ ਇੱਕ ਮਾਮਲਾ ਅੱਜ ਹੀ ਸਾਹਮਣੇ ਆਇਆ, ਪ੍ਰੀਤਮ ਸਿੰਘ ਕੋਟ ਭਾਈ ਵਾਲਾ। ਉਹ 16 ਤੋਂ ਹੁਣ ਆ ਕੇ ਕਿੰਨੇ ਸਾਲਾਂ ਬਾਅਦ ਉੱਭਰਿਆ। ਅਗੇ ਪਾਰਲ ਵਾਲੇ ਭੰਗੂ ਸਾਹਿਬ ਨੇ, ਨਿਰਮਲ ਸਿੰਘ ਭੰਗੂ ਜੇ ਮੈਂ ਗਲਤ ਨਹੀਂ, ਵੀ ਉਹਨਾਂ ਨੇ ਜ਼ਮਾਨਤ ਕਰਾਉਣ ਲਈ ਇੱਕ ਸਧਾਰਨ ਜਿਹਾ MLA ਫੜ ਲਿਆ ਸੀਗਾ ਵੀ ਤੂੰ ਕਰਾ ਦੇ ਭਾਈ ਤੇ 5 ਕਰੋੜ ਲੈ ਲਈ, ਤੇ ਜਿੰਨੀ ਪੈਸਿਆਂ ਦੀ ਲੈਣ ਦੇਣ ਹੋਈ ਉਹ ਚੈੱਕਾਂ ਡਰਾਫਟਾਂ ਰਾਹੀਂ ਹੋਈ। ਬੜੇ ਸਿਆਣੇ ਬੰਦੇ ਆ। ਇਹਦੀ ਵੈਸੇ ਨਾ ਸਰਦਾਰ ਹਮੀਰ ਸਿੰਘ ਦੀ ਜਾਂਚ ਖੁੱਲ ਕੇ ਹੋਣੀ ਚਾਹੀਦੀ ਆ। ਘੱਟੋ ਘੱਟ ਇਸ ਜ਼ਮਾਨੇ ਦੇ ਵਿੱਚ ਰਿਸ਼ਵਤ ਦਾ ਆਹ ਤਰੀਕਾ ਜਿਹੜਾ ਘੱਟੋ ਘੱਟ ਇਹ ਤਾਂ ਪਤਾ ਲੱਗੇ ਵੀ ਇਹ ਬਹੁਤੇ ਸਿਆਣੇ ਬੰਦੇ ਕਿੱਥੋਂ ਆ ਗਏ। ਵੈਸੇ ਤਾਂ ਉਹ ਕੱਟੜਾ ਇਮਾਨਦਾਰ ਸਰਕਾਰ ਨੂੰ ਹੀ ਕਰਨੀ ਚਾਹੀਦੀ ਹੈ, ਤਾਂ ਲੋਕਪਾਲ ਦੇ ਐਜੀਟੇਸ਼ਨ ਤੋਂ ਆਈ ਸੀ। ਤੇ ਵਜਾ ਲੋਕਪਾਲ ਬਣਾ ਦੇ, ਕੋਈ ਕਮਿਸ਼ਨ ਬਣਾ ਦੇ ਜਿਹਦੇ ਕੋਲ ਜਾਣ, ਟਾਈਮ ਬਾਉਂਡ ਹੋਵੇ, ਕਿ ਟਾਈਮ ਬਾਉਂਡ ਦੇ ਵਿੱਚ ਹੋਏਗਾ, ਔਰ ਰਿਕਮੈਂਡੇਟਰੀ ਬਾਡੀ ਨਾ ਹੋਵੇ, ਪ੍ਰੈਕਟੀਕਲੀ ਸਜ਼ਾ ਉਹਦੇ ਤੇ ਮਿਲ ਸਕੇ ਕਿਸੇ ਨਾ ਕਿਸੇ ਰੂਪ ਦੀ। ਕੋਈ ਇੰਸਟੀਟਿਊਸ਼ਨ ਤਾਂ ਬਣਾਓ, ਵਿਦਆਊਟ ਇੰਸਟੀਟਿਊਸ਼ਨ ਜਿਨ੍ਹਾਂ ਨੂੰ ਤੁਸੀਂ ਪਹਿਲਾਂ ਬਲੇਮ ਕਰਦੇ ਰਹੇ ਹੋ ਕਿ ਵਿਜੀਲੈਂਸ ਸਾਡੇ ਤੇ ਆ ਰਹੀ ਹੈ, ਦਿੱਲੀ ਵਾਲੀ ਵਿਜੀਲੈਂਸ ਮਾੜੀ ਹੈ ਤੇ ਬਾਕੀ ਦਾ ਜਿਹੜਾ CBI ਤੇ ED ਜਿਹੜੇ ਤੁਹਾਡੇ ਬੰਦਿਆਂ ਤੇ ਆ ਰਹੀ ਹੈ, ਤੁਹਾਡੇ ਵਾਲੀ ਚੰਗੀ ਹੋ ਗਈ ਹੈ। ਇਹ ਚੰਗੇ ਤੇ ਮਾੜੇ ਦਾ ਪਿਕ ਐਂਡ ਚੂਜ਼ ਵੀ ਤਾਂ ਕਿਤੇ ਨਾ ਕਿਤੇ ਤਰੀਕਾ ਕੋਈ ਬਦਲਣ ਦੀ ਲੋੜ ਹੈ। ਔਰ ਜੇ ਤੁਸੀਂ ਉਹਦੇ ਤੇ ਆਏ ਸੀ ਤਾਂ ਉਹਨੂੰ ਇੱਕ ਕਰਕੇ ਦੇਖ ਲਓ, ਟੈਸਟ ਕੇਸ ਦੇ ਤੌਰ ਤੇ ਪੰਜਾਬ 'ਚ। ਜੇ ਦਿੱਲੀ 'ਚ ਨਹੀਂ ਸ਼ੂਟ ਕਰਦਾ, ਪੰਜਾਬ 'ਚ ਕਰ ਲਓ, ਤਾਂ ਕਿ ਫਿਰ ਤੁਹਾਡੇ ਵਾਲਿਆਂ ਦੀ ਵੀ ਸ਼ਿਕਾਇਤ ਚਲੀ ਜਾਏ ਤੇ ਜਿਹੜੇ ਵਿਰੋਧੀ ਨੇ ਉਹਨਾਂ ਦੀ ਵੀ ਚਲੀ ਜਾਏ, ਟਾਈਮ ਬਾਉਂਡ ਮੈਨਰ ਦੇ ਵਿੱਚ। ਉਹਦੇ 'ਚ ਕੋਈ ਨਾ ਕੋਈ ਸਾਹਮਣੇ ਚੀਜ਼ ਆ ਜੇ। ਇਹ ਠੀਕ ਹੈ, ਕਰਪਸ਼ਨ ਜਿਹੜਾ ਐਡਾ ਚੱਕਰ ਹੈ ਨਾ, ਸਿੰਪਟਮ ਹੈ ਕਰਪਸ਼ਨ ਅਸਲ 'ਚ, ਡਿਜ਼ੀਜ਼ ਨਹੀਂ ਆਪਦੇ ਆਪ ਦੇ ਵਿੱਚ। ਸਿੰਪਟਮ ਤੇ ਸਪਰੇਅ ਕਰਕੇ ਨਹੀਂ ਕੰਮ ਚੱਲਦਾ। ਜੜ ਦੇ ਵਿੱਚ ਜਦੋਂ ਖੋਖਲਾਪਨ ਆ ਜੇ ਤਾਂ ਜੜ ਤੇ ਵੀ ਕੋਈ ਨਾ ਕੋਈ ਦਵਾਈ ਦੀ ਲੋੜ ਪੈਂਦੀ ਹੈ। ਪ੍ਰੋਬਲਮ ਸਾਡੇ ਹੋਰ ਕਿਤੇ ਹੈ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ ਥੈਂਕ ਯੂ ਜੀ।